सालों तो इदा हो रहा है कि स्टूडेंट्स ਦੀਆਂ रिफ्यूजल्स ਜਿਹੜੀਆਂ ਨੇ ਉਹ ਜ਼ਿਆਦਾ ਆ ਰਹੀਆਂ। सही गाइडेंस लेनी है स्टूडेंट ने तो ही हैज़ टू लैंड इन द राइट प्लेस। बस ये चीज़ है जी कैनेडा ਦੇ ਵਿੱਚ रिफ्यूजल का कोई इन्ना ਹੋਰ ਕੁਛ नहीं है। अगर तुम सही कोर्स नहीं चूज़ करोगे, सही कॉलेज नहीं चूज़ करोगे अकॉर्डिंग टू योर प्रोफाइल तो ऑब्वियसली रिफ्यूजल आना ही आना। ਕਈ ਸਟੂਡੈਂਟਸ ਦੀ ਇਹ ਵੀ ਬੜੀਆਂ ਦਿੱਕਤ ਆਉਂਦੀ ਹੈ ਕਿ ਸਾਡਾ ਗੈਪ ਈਅਰ ਜ਼ਿਆਦਾ ਹੈ ਤੇ ਕਈਆਂ ਵੱਲੋਂ ਰਿਫਿਊਜ਼ਲ ਤਾਂ ਕੈਨੇਡਾ ਤੋਂ ਰਿਫਿਊਜ਼ਲਸ ਆ ਜਾਂਦੀਆਂ ਨੇ ਕਿ ਗੈਪ ਈਅਰ ਜ਼ਿਆਦਾ ਹੈ, ਤਾਂ ਉਹ ਕਿੱਦਾਂ ਕਵਰ ਅਪ? गैप दे कोई प्रॉब्लम नहीं है। आई हैव सीन स्टूडेंट हु हैड 8-9 ईयर्स ऑफ गैप, टीचिंग एक्सपीरियंस सीगा, एक प्रॉपर एक्सपीरियंस सीगा ਜਿਹੜਾ ਅਸੀਂ ਜਸਟੀਫਾਈ ਕਰ ਪਾਏ, ਸੋ ਦੇ ਗॉट द ਵੀਜ਼ਾ। ਦੇ ਆਰ ਨਾਟ ਕੈਨੇਡਾ ਦੇਖੋ ਅੱਜ ਦੀ ਡੇਟ ਕਹਿ ਰਿਹਾ ਸਟੂਡੈਂਟ ਨੂੰ ਮੋਟੀਵੇਟ ਕਰ ਰਿਹਾ ਤੁਸੀਂ ਸਾਡੇ ਕੋਲ ਆਓ, ਬਟ ਇੱਕ ਚੰਗੇ ਸਟੂਡੈਂਟ ਨੂੰ, ਚੰਗਾ ਸਟੂਡੈਂਟ ਜਿਹੜਾ ਸਹੀ ਤਰੀਕੇ ਨਾਲ ਚੱਲਦਾ, ਫੇਅਰ ਚੱਲਦਾ। ਦੇਖੋ ਪੰਜਾਬ 'ਚ ਬੜੀ ਗਲਤ ਫਹਿਮੀਆਂ ਕਿ ਜੀ ਸਾਡੀ ਸੈਟਿੰਗ ਹੈ ਐਮਬੈਸੀਆਂ ਦੇ ਵਿੱਚ, ਐਸਾ ਕੋਈ ਥੰਬ ਰੂਲ ਨਹੀਂ ਹੈਗਾ, ਕੁਛ ਨਹੀਂ ਹੈਗਾ ਜੀ, ਇਹ ਸਭ ਡਰਾਮਾ ਹੈ। ਫੀਸ ਆਫਟਰ ਵੀਜ਼ਾ ਇਟ ਇਜ਼ ਮੋਰ ਆਫ ਅ ਗੈਂਬਲ ਸਮਝਦੇ ਹੋ, ਜੂਆ ਖੇਲਿਆ ਜਾਂਦਾ। ਜੇਕਰ ਸਟੂਡੈਂਟਸ ਜਿਹੜੇ ਨੇ ਤੁਹਾਡੀ ਪਰਸਨਲੀ ਕੰਪਨੀ ਦੇ ਵਿੱਚੋਂ ਜਾਂਦੇ ਨੇ ਹਾਂਜੀ ਤਾਂ ਉਹਨਾਂ ਨੂੰ ਬਾਕੀ ਕੰਪਨੀਜ਼ ਦੇ ਵਿੱਚ ਕਿਉਂ ਨਾ ਜਾਣ ਤੇ ਤੁਹਾਡੀ ਕੰਪਨੀ ਵੱਲੋਂ ਹੀ ਕਿਉਂ ਜਾਣ? ਪੰਜਾਬ ਦੇ ਵਿੱਚ ਅੱਜ ਦੀ ਡੇਟ ਤੇ ਕੁਝ ਕੰਪਨੀਆਂ ਕਰਦੀਆਂ ਕਾਉਂਸਲਿੰਗ, ਬਿਕਾਜ਼ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਹੈ। ਬੱਚੇ ਨੂੰ ਇਹ ਨਾ ਕਹੋ ਤੂੰ ਕੈਨੇਡਾ ਪਹੁੰਚ ਗਿਆ, ਤੂੰ ਕੀ ਕਰਨ ਜਾਣਾ ਹੈ, ਕਿੰਨੀ ਤੇਰੀ ਫੀਸ ਹੈ, ਕੀ ਤੇਰਾ ਖਰਚਾ ਹੋਣਾ ਹੈ, ਬੱਚੇ ਨੂੰ ਪਤਾ ਹੋਣਾ ਚਾਹੀਦਾ, ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਅੱਗੋਂ ਉਹਨਾਂ ਦੀ ਅਫੋਰਡੇਬਿਲਿਟੀ ਕੀ ਹੈਗੀ ਹੈ। ਸੋ ਸਾਡੀ ਟੀਮ ਜਿਹੜੀ ਹੈ ਵੀ ਡੂ ਕਾਉਂਸਲਿੰਗ ਇਨ ਅ ਪ੍ਰੋਪਰ ਵੇ ਐਂਡ ਵੀ ਮੇਕ ਸ਼ੋਰ ਕਿ ਜਦ ਤੱਕ ਬੱਚਾ ਉੱਥੇ ਪਹੁੰਚਦਾ ਨਹੀਂ ਹੀ ਸ਼ੁੱਡ ਨਾਟ ਲੈਂਡ ਇਨ ਐਨੀ ਕਾਈਂਡ ਆਫ ਟਰਬਲ, ਉਹਨੂੰ ਪ੍ਰੋਪਰ ਸਰਵਿਸਿਜ਼ ਦਿੱਤੀ ਜਾਣ ਹਰ ਸਟੇਜ ਤੇ, ਉਹਨੂੰ ਕਿਤੇ ਵੀ ਹੈਲਪ ਚਾਹੀਦੀ ਅਸੀਂ ਹੈਗੇ ਹਾਂ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਅੱਜ ਕੱਲ ਪੰਜਾਬੀ ਨੌਜਵਾਨਾਂ ਦਾ ਜ਼ਿਆਦਾਤਰ ਰੁਖ ਜਿਹੜਾ ਹੈ ਬਾਹਰਲੇ ਮੁਲਕਾਂ ਦੇ ਵੱਲ ਜ਼ਿਆਦਾ ਹੋ ਗਿਆ, ਤਾਂ ਨੌਜਵਾਨਾਂ ਨੂੰ ਸ਼ਾਇਦ ਇਵੇਂ ਲੱਗਦਾ ਹੈ ਕਿ ਅੱਜ ਕੱਲ ਪੰਜਾਬ 'ਚ ਰੋਜ਼ਗਾਰ ਘੱਟ ਨੇ ਤੇ ਬਾਹਰ ਜਾ ਕੇ ਸ਼ਾਇਦ ਉਹਨਾਂ ਨੂੰ ਐਸ਼ੋ ਆਰਾਮ ਵਾਲੀ ਜ਼ਿੰਦਗੀ ਜਿਹੜੀ ਆ ਉਹ ਮਿਲ ਸਕਦੀ ਹੈ। ਤਾਂ ਆਖਿਰਕਾਰ ਕਿਉਂ ਜਿਹੜਾ ਨੌਜਵਾਨਾਂ ਦੇ ਵੱਲੋਂ ਬਾਹਰ ਦਾ ਰੁਖ ਕੀਤਾ ਜਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਉਹ ਚੰਗੀ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਲੈ ਸਕਦੇ ਨੇ ਜੇਕਰ ਉਹ ਬਾਹਰ ਜਾਣ ਦੇ ਚਾਹਵਾਨ ਨੇ, ਤਾਂ ਸਾਡੇ ਨਾਲ ਐਵੀਨੀਅਰ ਦੇ ਡਾਇਰੈਕਟਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਛਾਬੜਾ ਜੀ, ਮੈਨੂੰ ਦੱਸੋ ਅੱਜ ਕੱਲ ਜਿਹੜੇ ਯੂਥ ਹੈ, ਨੌਜਵਾਨ ਹੈ, ਉਹ ਬਾਹਰ ਵੱਲ ਇੰਨਾ ਕਿਉਂ ਪ੍ਰਭਾਵਿਤ ਹੈ ਕਿ ਅਸੀਂ ਬਾਹਰ ਨੂੰ ਜਾ ਕੇ ਕੰਮ ਕਰਨਾ ਹੈ ਜਾਂ ਬਾਹਰ ਹੀ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਉੱਥੇ ਹੀ ਜਾ ਕੇ ਸੈਟਲ ਡਾਊਨ ਕਰਨੀ ਹੈ? ਕਿਉਂਕਿ ਮੰਨ ਲਓ ਕਿ ਪੰਜਾਬ ਦੇ ਵਿੱਚ ਅੱਜ ਕੱਲ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਨੌਜਵਾਨ ਤਾਂ ਅਜਿਹਾ ਜ਼ਰੂਰ ਮਿਲ ਜਾਂਦਾ ਹੈ ਕਿ ਅਸੀਂ ਬਾਹਰ ਜਾਣਾ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਦੇਖੋ ਗੱਲ ਹੈ ਓਪਰਚੁਨਿਟੀ। ਹਰ ਬੱਚਾ ਕਹਿੰਦਾ ਮੈਨੂੰ ਓਪਰਚੁਨਿਟੀ ਕਿੱਥੇ ਮਿਲਦੀ। ਪਹਿਲੇ ਜ਼ਮਾਨੇ 'ਚ ਅਗਰ ਆਪਾਂ 10 ਸਾਲ 15 ਸਾਲ ਪਿੱਛੇ ਚੱਲ ਜਾਈਏ, ਇੱਕ 12th ਕਰਦਾ ਸੀ ਬੱਚਾ, ਕਹਿੰਦਾ ਸੀ ਮੈਂ IIT ਜਾਣਾ ਹੈ, ਇੰਜੀਨੀਅਰਿੰਗ ਕਰਨੀ ਹੈ, ਲਿਮਿਟਿਡ ਇੰਜੀਨੀਅਰਿੰਗ ਕਾਲਜਿਸ ਹੁੰਦੇ ਸੀ, ਲਿਮਿਟਿਡ IITs ਹੁੰਦੇ ਸੀ, ਕੰਪੀਟੀਸ਼ਨ ਦਾ ਜ਼ਮਾਨਾ ਸੀ। ਉਸ ਤੋਂ ਬਾਅਦ ਜੌਬ ਸੈਕਟਰ ਚੰਗਾ ਸੀਗਾ, ਠੀਕ ਹੈ। ਹੁਣ ਅੱਜ ਦੀ ਡੇਟ ਬੱਚਾ ਕਹਿੰਦਾ ਜੀ ਅਗਰ ਮੈਂ ਲੈਟਸ ਸੇ ਅਗਰ ਮੈਂ ਪੰਜਾਬ ਦੇ ਵਿੱਚ ਆਪਣੀ ਪੜ੍ਹਾਈ ਕਰਦਾ, ਮੇਰੇ ਲਈ ਕੀ ਜੌਬ ਓਪਰਚੁਨਿਟੀਜ਼ ਹੈ ਵਿਚ ਇਜ਼ ਇਕੁਅਲ ਟੂ ਜ਼ੀਰੋ। ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਲੈਟਸ ਸੇ ਉਹਨੂੰ ਪੰਜਾਬ ਸਟੇਟ ਤੋਂ ਬਾਹਰ ਜਾਂਦਾ ਹੈ ਜੌਬ ਓਪਰਚੁਨਿਟੀਜ਼ ਲਈ, ਉਹਨੂੰ ਫਿਰ ਸਟਰਗਲ ਕਰਨਾ ਪੈਂਦਾ ਹੈ ਵਿਦ ਲੋ ਸੈਲਰੀ ਪੈਕੇਜ। ਹੁਣ ਇੱਕ ਅੱਛੇ ਸੈਲਰੀ ਪੈਕੇਜ 'ਤੇ ਜਾਣ ਲਈ ਉਹਦੇ ਲਈ ਸਿਰਫ ਆਪਸ਼ਨਸ ਕੀ ਹੈ, IITs ਜਾਏ, IIM ਜਾਏ, ਇੱਕ ਅੱਛੇ ਕਾਲਜ ਤੋਂ BCom ਕਰੇ ਜਾਂ ਅੱਛੇ ਕਾਲਜ ਤੋਂ BBA ਕਰੇ ਤਾਂ ਕਿ ਉਹਦੇ ਲਈ ਪਲੇਸਮੈਂਟ ਓਪਰਚੁਨਿਟੀਜ਼ ਹੋਣ। ਹੁਣ ਪਲੇਸਮੈਂਟ ਓਪਰਚੁਨਿਟੀਜ਼ ਅਗਰ ਇੱਥੇ 12th ਕਰਕੇ ਅਗਰ ਬੱਚਾ ਬੈਚਲਰਸ ਕਰਦਾ ਹੈ ਜਾਂ ਇੰਜੀਨੀਅਰਿੰਗ ਕਰਦਾ ਅਗਰ ਨਹੀਂ ਹੈਗੀਆਂ ਤਾਂ ਫਿਰ ਬੱਚੇ ਦੇ ਦਿਮਾਗ 'ਚ ਆਉਂਦਾ ਹੈ ਵਾਈ ਟੂ ਵੇਸਟ ਟਾਈਮ। ਇਟਸ ਮੋਰ ਆਫ ਅ ਵੇਸਟੇਜ ਆਫ ਟਾਈਮ ਮੰਨਦਾ, ਉਹ ਵੇਸਟੇਜ ਆਫ ਮਨੀ ਮੰਨਦਾ ਹੈ ਕਿ ਅਗਰ ਮੈਂ 3 ਸਾਲ ਇੰਡੀਆ ਦੇ ਵਿੱਚ ਲਗਾਉਣਾ ਜਾਂ 4 ਸਾਲ ਇੰਡੀਆ ਦੇ ਵਿੱਚ ਲਗਾਉਣਾ, ਉਸ ਤੋਂ ਬਾਅਦ ਮੇਰੇ ਕੋਲ ਜੌਬ ਓਪਰਚੁਨਿਟੀਜ਼ ਫਿਰ ਨਹੀਂ ਕ੍ਰੀਏਟ ਹੋਣੀਆਂ। ਵੇਅਰ ਇਜ਼ ਕੰਪੈਰੇਟਿਵਲੀ ਅਗਰ ਆਪਾਂ ਕੰਪੇਅਰ ਕਰੀਏ ਓਵਰਸੀਜ਼ ਐਜੂਕੇਸ਼ਨ, ਅੱਜ ਦੀ ਡੇਟ 'ਚ ਪੰਜਾਬ ਦਾ ਬੱਚਾ ਸਭ ਤੋਂ ਜ਼ਿਆਦਾ ਕੈਨੇਡਾ ਜਾ ਰਿਹਾ। ਹੁਣ ਸਕੋਪ ਕੀ ਹੈ ਕੈਨੇਡਾ? ਦੇਖੋ ਬੱਚਾ ਜਿਹੜਾ ਵੀ ਪੰਜਾਬੀ ਜਾਂਦਾ ਵਾਪਸ ਆਉਣ ਦਾ ਨਾਮ ਤਾਂ ਲੈਂਦਾ ਨਹੀਂ। ਜਿੰਨੇ ਵੀ ਜਾਣਾ ਉਹਨੇ ਏਮ ਲੈ ਕੇ ਜਾਣਾ ਹੈ ਮੈਂ ਕੈਨੇਡਾ ਹੀ ਸੈਟਲ ਹੋਣਾ ਹੈ, PR ਲੈਣੀ ਹੈ, ਚਾਹੇ ਉਹ 18 ਸਾਲ ਦਾ, ਚਾਹੇ 19 ਸਾਲ ਦਾ, 20 ਸਾਲ ਦਾ ਬੱਚਾ ਹੈ, ਉਹਦਾ ਏਮ PR ਹੈ। PR ਤੋਂ ਬਾਅਦ ਓਬਵੀਅਸਲੀ ਉਹਦੇ ਕੋਲ ਜੌਬ ਓਪਰਚੁਨਿਟੀਜ਼ ਹੁੰਦੇ। ਦੇਖੋ ਡਿਫਰੈਂਟ ਸੈਕਟਰਸ ਹੈਗੇ ਕੈਨੇਡਾ ਦੇ ਵਿੱਚ, ਅੱਜ ਦੀ ਡੇਟ ਵਿੱਚ ਵੀ ਓਪਰਚੁਨਿਟੀਜ਼ ਬਹੁਤ ਹੈ, ਜਾਂ ਮੈਂ ਈਵਨ ਆਸਟ੍ਰੇਲੀਆ ਬਾਕੀ ਕੰਟਰੀਜ਼ ਵੀ ਕਹੂੰਗਾ ਬਹੁਤ ਓਪਰਚੁਨਿਟੀਜ਼ ਹੈ। ਸੋ ਇੱਕ ਇੰਟਰਨੈਸ਼ਨਲ ਸਟੂਡੈਂਟ ਦੇਖੋ ਓਪਰਚੁਨਿਟੀ ਦੇਖਦਾ, ਓਪਰਚੁਨਿਟੀ ਉਹਨੂੰ ਜਿੱਥੇ ਬੈਟਰ ਮਿਲੇਗੀ ਉਹ ਉੱਥੇ ਹੀ ਚੂਜ਼ ਕਰੇਗਾ, ਚਾਹੇ ਉਹ ਕੰਟਰੀ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ, ਚਾਹੇ US। ਉਹ ਇੱਕ ਓਪਰਚੁਨਿਟੀ ਦੀ ਕਹਾਣੀ ਰਹਿ ਗਈ ਅੱਜ ਦੀ ਡੇਟ। ਉਹ ਬੱਚਾ ਕਹਿੰਦਾ, ਪੇਰੈਂਟਸ ਕਹਿੰਦੇ ਜੀ ਅਸੀਂ ਪੈਸਾ ਖਰਚਦੇ ਹਾਂ ਬੱਚੇ ਦੀ ਪੜ੍ਹਾਈ 'ਤੇ, ਕਿਆ ਉਹਦਾ ਫਿਊਚਰ ਸਿਕਿਉਰ ਹੈ? ਸੋ ਕੁਐਸਚਨ ਜਿਹੜਾ ਸਿਕਿਉਰਿਟੀ, ਫਿਊਚਰ ਪ੍ਰੋਸਪੈਕਟਸ ਜਿਹੜੇ ਹੈ ਉਹ ਇੰਡੀਆ ਨਾਲੋਂ ਉੱਥੇ ਬੈਟਰ ਹੈ। ਇਸੇ ਲਈ ਪੰਜਾਬੀ ਹਰ ਕੋਈ ਕਹਿੰਦਾ ਕਿ ਜੀ ਮੈਂ ਬਾਹਰ ਜਾਣਾ।
ਪਰ ਉਰੇ ਮੈਂ ਤੁਹਾਨੂੰ ਛਾਬੜਾ ਜੀ ਦੱਸਣਾ ਚਾਹੂੰਗੀ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਪੀਚ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਆਪਾਂ ਬਾਹਰਲੇ ਮੁਲਕ ਤੋਂ ਇੰਨਾ ਵਧੀਆ ਇੱਥੇ ਪੰਜਾਬ ਦਾ ਸੈਟਅਪ ਕਰ ਦੇਣਾ ਹੈ ਕਿ ਬਾਹਰਲੇ ਮੁਲਕ ਤੋਂ ਲੋਕੀ ਆਣਗੇ ਤੇ ਉਰੇ ਆ ਕੇ ਕੰਮ ਕਰਨਗੇ। ਦੇਖੋ ਜੀ, ਬੜੀ ਐਪਰੀਸ਼ੀਏਬਲ ਗੱਲ ਸੀਗੀ, ਮੈਂ ਤਾਂ ਐਪਰੀਸ਼ੀਏਟ ਕਰਾਂਗਾ ਅਗਰ ਉਹ ਐਫਰਟ ਲਗਾਉਣਗੇ ਤਾਂ ਆਬਵੀਅਸਲੀ ਚੰਗੀ ਗੱਲ ਹੈ। ਬਟ ਅਗਰ ਆਪਾਂ ਦੇਖੀਏ, ਅਗਰ ਆਪਾਂ ਲਾਸਟ 15-20 ਸਾਲ ਦੇਖੀਏ ਪੰਜਾਬ ਦੇ ਵਿੱਚ ਕੀ ਚੇਂਜਸ ਆਏ ਹੈ, ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਬਹੁਤ ਆਲਮੋਸਟ ਜ਼ੀਰੋ, ਇੰਡਸਟਰੀ ਗਰੋਥ ਆਲਮੋਸਟ ਜ਼ੀਰੋ, ਬਿਜ਼ਨਸ ਹਾਊਸਿਸ ਦੇਖੋ, ਆਪਾਂ ਕੋਈ ਵੀ ਲਿਮਿਟਿਡ ਅੱਛੀ ਕੰਪਨੀਜ਼ ਦੀ ਗੱਲ ਕਰੀਏ, ਕਿਸੇ ਨੇ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਇਨਵੈਸਟ ਕੀਤਾ ਜਾਂ ਬਿਜ਼ਨਸ ਲੈ ਕੇ ਆਏ, ਦਾ ਆਨਸਰ ਇਜ਼ ਨੋ। ਹੁਣ ਅਗਰ ਆਨਰੇਬਲ ਸੀਐਮ ਸਾਹਿਬ ਭਗਵੰਤ ਮਾਨ ਜੀ ਕਹਿ ਰਹੇ ਹੈ ਕਿ ਜੀ ਆਪਾਂ ਇਹ ਚੀਜ਼ ਲਿਆਣੀ ਹੈ, ਤਾਂ ਆਬਵੀਅਸਲੀ ਇਟ ਵਿਲ ਟੇਕ ਐਫਰਟ। ਹੁਣ ਉਹਨਾਂ ਕੋਲ ਮੈਂ ਅੱਜ ਦੀ ਡੇਟ 'ਚ ਅਗਰ ਗੱਲ ਕਰਾਂ 5 ਸਾਲ ਦਾ ਟਾਈਮ ਹੈ, ਹੁਣ ਵਿਦਿਨ 5 ਈਅਰਸ ਉਹ ਕੀ ਕਰਦੇ ਆ ਤਾਂ ਟਾਈਮ ਹੀ ਦੱਸੇਗਾ। ਬਟ ਅੱਜ ਦੀ ਡੇਟ ਵਿੱਚ ਜਿਹੜਾ ਬੱਚਾ ਪਾਸ ਆਊਟ ਹੋ ਰਿਹਾ, ਕਿਆ ਉਹਦੇ ਕੋਲ ਜੌਬ ਅਪਰਚੁਨਿਟੀਜ਼ ਹੈ? ਕੁਐਸਚਨ ਹੈ। ਅੱਜ ਦੀ ਡੇਟ 'ਤੇ ਜੋ ਜੌਬ ਪ੍ਰੋਵਾਈਡ ਕਰ ਸਕਦੇ ਆ, ਦੇਖੋ ਕਹਿਣਾ ਆਸਾਨ ਹੈ, ਐਟ ਦ ਐਂਡ ਆਫ ਦ ਡੇ ਦੇ ਆਰ ਲੋਟ ਆਫ ਥਿੰਗਸ ਵਿਚ ਨੀਡਸ ਟੂ ਬੀ ਕੰਸੀਡਰਡ। ਠੀਕ ਹੈ ਜੀ, ਬਿਜ਼ਨਸ ਹਾਊਸਿਸ ਜਿਹੜੇ ਹੈਗੇ ਆ ਵੱਡੇ, ਉਹ ਆਪਣੀ ਇਨਵੈਸਟਮੈਂਟਸ ਨੂੰ ਲੈ ਕੇ ਬੜੇ ਵਾਈਜ਼ਲੀ ਚੱਲਦੇ ਆ। ਅਗਰ ਉਹਨਾਂ ਨੂੰ ਲੱਗੇਗਾ ਪੰਜਾਬ ਇਜ਼ ਅ ਫਰੂਟਫੁਲ ਥਿੰਗ, ਉਹ ਕਰਨਗੇ। ਹੁਣ ਬਾਹਰ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਲੈ ਕੇ ਆਉਣਾ ਜੌਬ ਅਪਰਚੁਨਿਟੀ, ਦੇਖੋ ਪਹਿਲੇ ਜੌਬ ਅਪਰਚੁਨਿਟੀਜ਼ ਕ੍ਰੀਏਟ ਹੋਣਗੀਆਂ ਤੇ ਬਾਹਰ ਦਾ ਬੰਦਾ ਇੱਥੇ ਆਏਗਾ। ਅੱਜ ਦੀ ਡੇਟ 'ਚ ਕੋਈ ਵੀ ਕੈਨੇਡਾ ਜਾਂਦਾ ਹੈ, ਕੋਈ ਵੀ ਆਸਟ੍ਰੇਲੀਆ ਜਾਂਦਾ ਹੈ, ਸਟੂਡੈਂਟ ਵਾਪਸ ਆਉਣ ਦਾ ਨਾਮ ਨਹੀਂ ਲੈਂਦਾ, ਕਿਉਂਕਿ ਪਹਿਲੇ ਅਗਰ ਟ੍ਰੈਂਡ ਦੇਖੀਏ ਪੰਜਾਬੀਆਂ ਦਾ ਨਹੀਂ, ਥਰੂ ਆਊਟ ਇੰਡੀਆ ਬਾਕੀ ਜਗ੍ਹਾ ਦਾ ਟ੍ਰੈਂਡ ਦੇਖੀਏ, ਸਟੂਡੈਂਟ ਪੜ੍ਹਨ ਜਾਂਦਾ ਸੀ, ਆ ਕੇ ਇੱਥੇ ਅੱਛੀ ਜੌਬ ਕਰਦਾ ਸੀ। ਹੁਣ ਪੰਜਾਬ ਦਾ ਸਟੂਡੈਂਟ ਅੱਜ ਦੀ ਡੇਟ 'ਤੇ ਬਾਹਰ ਜਾਂਦਾ ਹੈ, ਕੋਈ ਵਾਪਸ ਨਹੀਂ ਆਉਂਦਾ। ਕਿਉਂ? ਉਹਦੀ ਉੱਥੇ ਸੈਲਰੀ ਅੱਛੀ ਹੋ ਜਾਂਦੀ ਹੈ, ਉਹ ਕੰਪੈਰੀਜ਼ਨ ਚਾਹੇ ਆਪਾਂ ਕਹੀਏ ਡਾਲਰ ਰੇਟ ਦੇ ਕਾਰਨ ਹੋ ਜਾਂਦਾ ਹੈ, ਭਾਵੇਂ ਉੱਥੇ ਓਪਰਚੁਨਿਟੀ। ਬਟ ਅਗਰ ਪੰਜਾਬ ਦੇ ਵਿੱਚ ਬਿਜ਼ਨਸ ਗਰੋਥ ਹੀ ਨਹੀਂ ਹੈਗੀ, ਅਗਰ ਗਰੋਥ ਕਹੀਏ ਕੋਈ ਬਿਜ਼ਨਸ ਹਾਊਸਿਸ ਚੰਗੇ ਇਨਵੈਸਟਮੈਂਟਸ ਹੀ ਨਹੀਂ ਕਰ ਰਹੇ, ਤੇ ਆਨਰੇਬਲ ਸੀਐਮ ਸਾਹਿਬ ਹੁਣ ਜਿਹੜਾ ਇਹ ਸੁਪਨਾ ਦੇਖ ਰਹੇ, ਆਈ ਹੋਪ ਉਹ ਪੂਰਾ ਕਰ ਪਾਉਣ ਤੇ ਪੰਜਾਬ ਦੇ ਬੱਚੇ ਨੂੰ, ਯੂਥ ਨੂੰ ਇੱਕ ਅੱਛਾ ਫਿਊਚਰ ਦੇ ਪਾਉਣ। ਬਟ ਉਹਨਾਂ ਤਾਂ ਕੁਐਸਚਨ ਉਹੀ ਆਨਸਰ ਕਰਨਗੇ 5 ਸਾਲ ਦੇ ਵਿੱਚ ਕੀ ਹੁੰਦਾ ਹੈ ਤਾਂ ਟਾਈਮ ਹੀ ਦੱਸੇਗਾ। ਨਹੀਂ, ਪਰ ਜਿਹੜੇ ਪੰਜਾਬ ਦੇ ਨੌਜਵਾਨ ਹੈ ਜਾਂ ਯੂਥ ਕਹਿ ਲਓ, ਜ਼ਿਆਦਾਤਰ ਮੈਂ ਦੇਖਿਆ ਹੈ ਕਿ ਜੇਕਰ ਬਾਹਰਲਾ ਕੋਈ ਮੁਲਕ ਚੂਜ਼ ਵੀ ਕਰਦੇ ਆ ਨਾ, ਉਹ ਇਹੀ ਕਰਦੇ ਨੇ ਕਿ ਕੈਨੇਡਾ ਦੇ ਵੱਲ ਜਾਣਾ। ਤਾਂ ਕੈਨੇਡਾ 'ਚ ਐਸਾ ਕੀ ਹੈ ਜੋ ਉੱਥੇ ਜ਼ਿਆਦਾ ਜਾਂਦੇ ਨੇ ਸਟੂਡੈਂਟਸ? ਦੇਖੋ ਜੀ, ਸਭ ਤੋਂ ਪਹਿਲੀ ਵੱਡੀ ਚੀਜ਼ ਮੈਂ ਕਹੂੰਗਾ ਸਟੇਟਸ ਸਿੰਬਲ। ਠੀਕ ਹੈ, ਇੱਕ ਸਟੇਟਸ ਸਿੰਬਲ ਬਣ ਚੁੱਕਾ ਕੈਨੇਡਾ। ਅੱਜ ਦੀ ਡੇਟ 'ਤੇ ਤੁਸੀਂ ਕਿਸੇ ਪੇਰੈਂਟਸ ਨੂੰ ਵੀ ਪੁੱਛੋ ਨਾ, ਅੱਛਾ ਤੁਹਾਡਾ ਬੇਟਾ ਕੀ ਕਰ ਰਿਹਾ, ਅਗਰ ਉਹ ਕਹਿੰਦੇ ਨਾ ਕੈਨੇਡਾ ਪੜ੍ਹ ਰਿਹਾ, ਠੀਕ ਹੈ, ਉਹ ਇੱਕ ਆਪਣੇ ਆਪ ਨੂੰ ਸਟੇਟਸ ਸਿੰਬਲ ਬਣ ਗਿਆ ਕੈਨੇਡਾ ਦਾ, ਕਿ ਜੀ ਸਾਡਾ ਬੇਟਾ ਕੈਨੇਡਾ ਦੇ ਵਿੱਚ PR ਹੈ, ਸਾਡਾ ਬੇਟਾ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਹੈ, ਸਾਡਾ ਬੇਟਾ ਪੜ੍ਹ ਰਿਹਾ। ਅਗਰ ਆਪਾਂ ਓਪਰਚੁਨਿਟੀ ਦੀ ਗੱਲ ਕਰੀਏ, ਦੇਖੋ ਐਟ ਦ ਐਂਡ ਆਫ ਦ ਡੇ ਪੰਜਾਬੀ ਸਟੂਡੈਂਟ ਦਾ ਦਿਮਾਗ 'ਚ ਇੱਕੋ ਚੀਜ਼ ਹੈ, PR ਸਭ ਤੋਂ ਆਸਾਨ ਕਿੱਥੇ ਅੱਜ ਦੀ ਡੇਟ 'ਚ? ਕੈਨੇਡਾ ਦੇ ਵਿੱਚ। ਹੁਣ ਕੈਨੇਡਾ ਪ੍ਰੋਸਪੈਕਟਸ ਵੀ ਅੱਛੇ ਹੈ। ਇੱਕ 12th ਦਾ ਬੱਚਾ ਦੇਖੋ 19 ਸਾਲ 18 ਸਾਲ ਦੀ ਉਮਰ 'ਚ ਜਾਂਦਾ ਹੈ, 2 ਸਾਲ ਦਾ ਡਿਪਲੋਮਾ ਕਰਦਾ ਹੈ, 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ, ਵਿਦਿਨ 3-4 ਈਅਰਸ ਉਹ PR ਹੋ ਜਾਂਦਾ ਹੈ। ਠੀਕ ਹੈ ਜੀ, ਉਸ ਕੰਟਰੀ 'ਚ ਉਹਦੇ ਪੈਰ ਪੱਕੇ ਹੋ ਗਏ, ਉਹਦੇ ਲਈ ਓਪਰਚੁਨਿਟੀਜ਼ ਹੋਰ ਖੁੱਲ੍ਹ ਗਈਆਂ। ਵੇਅਰ ਐਜ਼ ਆਪਾਂ ਕੰਪੇਅਰ ਕਰੀਏ ਆਸਟ੍ਰੇਲੀਆ ਨਾਲ, ਆਸਟ੍ਰੇਲੀਆ PR ਨੂੰ ਲੈ ਕੇ ਥੋੜ੍ਹਾ ਸਟ੍ਰਿਕਟ ਹੋ ਗਿਆ ਕੁਝ ਸਾਲਾਂ ਤੋਂ। ਠੀਕ ਹੈ, ਬੈਂਡ ਸਕੋਰ ਇੰਨੇ ਕਰੋ, ਇੰਨੇ ਪੁਆਇੰਟਸ ਕਰੋ, ਐਵਰੀ ਨਾਓ ਐਂਡ ਦੈਨ ਉਹਨਾਂ ਦਾ ਚੇਂਜਸ ਆਉਂਦੇ ਰਹਿੰਦੇ ਕਿ ਜੀ ਸਾਡੀ ਇੰਨੀ ਰਿਕੁਆਇਰਮੈਂਟ ਹੋ ਗਈ, ਇੰਨੇ ਪੁਆਇੰਟਸ ਚਾਹੀਦੇ ਤੁਹਾਨੂੰ, ਹੁਣ ਇੰਨੇ। ਸੋ ਆਸਟ੍ਰੇਲੀਆ ਕਿਤੇ ਨਾ ਕਿਤੇ ਬੱਚਾ ਡਰਦਾ ਜਾਣ ਤੋਂ। ਨਿਊਜ਼ੀਲੈਂਡ ਦੀ ਗੱਲ ਕਰੀਏ, ਕਰੋਨਾ ਤੋਂ ਬਾਅਦ ਹਾਲੇ ਤੱਕ ਕੋਈ ਨਿਊਜ਼ ਨਹੀਂ, ਕਦੋਂ ਓਪਨ ਹੋਣਾ, ਕਦੋਂ ਕੀ ਹੋਣਾ। ਠੀਕ ਹੈ ਜੀ, ਤੇ ਬੱਚੇ ਨੂੰ ਅੱਜ ਦੀ ਡੇਟ ਸਭ ਤੋਂ ਸੂਟੇਬਲ ਕੰਟਰੀ ਜਿਹੜਾ ਲੱਗਦਾ ਉਹ ਕੈਨੇਡਾ ਲੱਗਦਾ, ਬਿਕੋਜ਼ US ਦੇ ਵਿੱਚ ਵੀ ਅਗਰ ਤੁਸੀਂ ਪੜ੍ਹਨ ਜਾਂਦੇ ਹੋ ਨਾ, ਲੀਗਲੀ ਯੂ ਆਰ ਨਾਟ ਅਲਾਊਡ ਟੂ ਵਰਕ ਆਊਟਸਾਈਡ ਦ ਯੂਨੀਵਰਸਿਟੀ ਕੈਂਪਸ। तो बच्चे ਨੂੰ ਕਿਤੇ ਨਾ ਕਿਤੇ ਪਤਾ ਹੈ ਕਿ ਜੀ ਕੈਨੇਡਾ ਹੀ ਇੱਕ ਮੇਰੇ ਲਈ ਐਸਾ ਕੰਟਰੀ ਹੈ ਜਿੱਥੇ ਮੈਂ 20-22 ਸਾਲ ਦੀ ਉਮਰ 'ਚ PR ਹੋ ਸਕਦਾ ਤੇ ਮੇਰੇ ਲਈ ਜੌਬ ਪ੍ਰੋਸਪੈਕਟਸ ਚੰਗੇ ਹੈ। ਅਗਰ ਮੇਰੀ ਫੈਮਿਲੀ ਦੇਖੋ ਜੀ, ਇੱਥੇ ਫੈਮਿਲੀ ਹੁਣ CM ਸਾਹਿਬ ਦੀ ਤੁਸੀਂ ਗੱਲ ਕੀਤੀ, ਮੈਂ ਉਹਨਾਂ ਦੀ ਗੱਲ ਹੀ ਕਹੂੰਗਾ। ਉਹਨਾਂ ਨੇ ਬੜੀ ਇੱਕ ਅੱਛੀ ਸਟੇਟਮੈਂਟ ਦਿੱਤੀ ਸੀ ਕਿ ਜੀ ਮੈਨੂੰ ਅਗਰ ਆਪਣੀ ਸਟੇਟ ਦੀ ਭਲਾਈ ਲਈ ਮੈਨੂੰ ਆਪਣੇ ਦੂਜੀ ਸਟੇਟ ਜਾਂ ਦੂਸਰੀ ਕੰਟਰੀ ਜਾਣਾ ਪਏ ਕੋਈ ਨੌਲੇਜ ਲੈਣ ਜਾਂ ਕੋਈ ਰਿਫਾਰਮਸ ਲੈਣ ਲਈ, ਮੈਂ ਜ਼ਰੂਰ ਜਾਊਂਗਾ। ਤੇ ਸੇਮ ਬੱਚੇ ਦਾ ਹਾਲ ਹੈ। ਅੱਜ ਦੀ ਡੇਟ 'ਤੇ ਬੱਚਾ ਕਹਿੰਦਾ ਜੀ ਅਗਰ ਮੈਂ ਆਪਣੀ ਫੈਮਿਲੀ ਦੇ ਚੰਗੇ ਲਈ, ਫੈਮਿਲੀ ਦੇ ਚੰਗੇ ਫਿਊਚਰ ਲਈ ਅਗਰ ਮੈਂ ਕਿਸੇ ਹੋਰ ਕੰਟਰੀ ਜਾਣਾ ਤੇ ਮੈਂ ਜਾਊਂਗਾ। ਸੋ ਇਹ ਸਿੰਪਲ ਆਨਸਰ ਹੈ ਕਿ ਜੀ ਕੈਨੇਡਾ ਇੱਕ ਅੱਛੇ ਪ੍ਰੋਸਪੈਕਟਸ ਹੈਗੇ ਹੈ, PR ਜਲਦੀ ਹੈ, ਵੀਜ਼ਾ ਈਜ਼ਲੀ ਦਿੰਦਾ, ਤੁਹਾਡਾ ਪ੍ਰੋਫਾਈਲ ਸੂਟੇਬਲ ਹੈ, ਯੂ ਕੈਨ ਈਜ਼ਲੀ ਗੈਟ ਦ ਵੀਜ਼ਾ। ਪਰ ਸਭ ਤੋਂ ਮੁਸ਼ਕਿਲ ਚੀਜ਼ ਨਾ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਜ਼ਿਆਦਾਤਰ ਇਸ ਚੀਜ਼ ਦੀ ਆ ਰਹੀ ਹੈ ਕਿ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਪਹਿਲੀ ਗੱਲ ਤਾਂ ਕੈਨੇਡਾ ਜਾਂਦੇ ਨੇ ਸਟੂਡੈਂਟਸ, ਠੀਕ ਹੈ, ਤੇ ਉਹਦੇ ਵਿੱਚ ਰਿਫਿਊਜ਼ਲਸ ਜਿਹੜੇ ਨੇ ਜ਼ਿਆਦਾ ਆ ਰਹੇ ਨੇ ਕਿਉਂਕਿ ਸਿਰਫ ਇੰਡੀਆ ਤੋਂ ਤਾਂ ਜਾਂਦੇ ਨਹੀਂ ਸਟੂਡੈਂਟਸ, ਹੋਰ ਮੁਲਕਾਂ ਤੋਂ ਵੀ ਜਾਂਦੇ ਨੇ ਕਿਉਂਕਿ ਸਪੇਸ ਜ਼ਿਆਦਾ ਉੱਥੇ, ਕਿਉਂਕਿ ਉਹਨਾਂ ਨੇ ਕਿਹਾ ਹੋਇਆ ਵੀ ਓਪਨ ਆ ਅਸੀਂ ਤਾਂ। ਪਰ
ਕਈ ਸਾਲਾਂ ਤੋਂ ਇਦਾਂ ਹੋ ਰਿਹਾ ਕਿ ਸਟੂਡੈਂਟਸ ਦੀਆਂ ਰਿਫਿਊਜ਼ਲਸ ਜਿਹੜੀਆਂ ਨੇ ਉਹ ਜ਼ਿਆਦਾ ਆ ਰਹੀਆਂ ਨੇ। ਦੇਖੋ ਜੀ, ਰਿਫਿਊਜ਼ਲਸ ਇੱਕ ਬੜਾ ਸਿੰਪਲ ਲੌਜਿਕ ਹੈ। ਸਟੂਡੈਂਟਸ ਅਗਰ ਹਰ ਪ੍ਰੋਫਾਈਲ ਸੂਟੇਬਲ ਹੋਏ ਤਾਂ ਹਰ ਬੱਚਾ ਪੰਜਾਬ ਦਾ ਅੱਜ ਦੀ ਡੇਟ ਕੈਨੇਡਾ ਜਾਣ ਲਈ ਬੈਠਾ ਹੈ। ਰਿਫਿਊਜ਼ਲਸ ਕਿਉਂ ਆਉਂਦੀਆਂ? ਸੁਪਨੇ ਥੋੜਾ ਬਹੁਤ ਸਾਡੇ ਇੰਡਸਟਰੀ 'ਚ ਵੀ ਮੈਂ ਕਹੂੰਗਾ ਗਲਤ ਸੁਪਨੇ ਦਿਖਾਏ ਜਾਂਦੇ ਆ। ਠੀਕ ਹੈ ਜੀ, ਅਗਰ ਮੈਂ ਕਹਾਂ 30 ਕੋਈ ਜ਼ਮਾਨਾ ਸੀਗਾ ਥੋੜੀ ਲੋ ਪ੍ਰੋਫਾਈਲਸ ਨੂੰ ਵੀ ਵੀਜ਼ਾ ਦਿੰਦਾ ਸੀ ਕੈਨੇਡਾ, ਬਟ ਅੱਜ ਦੀ ਡੇਟ ਜਿੱਦਾਂ ਜਿੱਦਾਂ ਟਾਈਮ ਦੇ ਨਾਲ ਡਿਮਾਂਡ ਵੱਧਦੀ ਜਾ ਰਹੀ ਹੈ, ਰਾਈਟ, ਪਹਿਲੇ ਸਿਰਫ ਪੰਜਾਬ ਤੇ ਗੁਜਰਾਤ ਕੈਨੇਡਾ ਨੂੰ ਫੋਕਸ ਕਰਦਾ ਸੀ। ਅੱਜ ਦੀ ਡੇਟ ਤੁਸੀਂ ਦੇਖੋ ਸਾਊਥ ਇੰਡੀਆ ਤੋਂ ਵੀ ਬੱਚਾ ਕੈਨੇਡਾ ਜਾਂਦਾ ਹੈ, ਮਹਾਰਾਸ਼ਟਰ ਤੋਂ ਵੀ ਬੱਚਾ, ਦਿੱਲੀ ਵਾਲਾ ਬੱਚਾ ਵੀ ਕੈਨੇਡਾ ਜਾਂਦਾ ਹੈ, ਕਿਉਂਕਿ ਇੱਕ ਉਹ ਫਿਊਚਰ ਅੱਛਾ ਪ੍ਰੋਸਪੈਕਟ ਦੇਖਦਾ। ਸੋ ਕੰਪੀਟੀਸ਼ਨ ਓਬਵੀਅਸਲੀ ਵੱਧ ਗਿਆ। ਹੁਣ ਅਗਰ ਆਪਾਂ ਕੰਪੈਰੀਜ਼ਨ ਕਰੀਏ, ਪੰਜਾਬ ਦੇ ਬੱਚੇ ਅਗਰ 40% ਵਾਲਾ ਮਾਰਕਸ ਹੈ ਜਾਂ ਕੰਪੈरेटिवली ਇੱਕ ਬੰਬੇ ਦਾ ਬੱਚਾ ਹੈ ਮਤਲਬ ਜਿਹਦਾ ਸਕੋਰ ਅੱਛਾ 70-80% ਹੈ, ਹਾਈ ਕਮਿਸ਼ਨ ਪ੍ਰੈਫਰੈਂਸ ਉਹਨੂੰ ਦੇਗੀ, ਨਾ ਕਿ 40% ਵਾਲੇ ਨੂੰ। ਹੁਣ ਪੰਜਾਬ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ, ਬਹੁਤ ਚੰਗੇ ਸਟੂਡੈਂਟ ਵੀ ਹੁੰਦੇ ਜਿਨ੍ਹਾਂ ਦੇ ਅੱਛੇ ਐਕੈਡੈਮਿਕਸ ਹੁੰਦੇ, ਉਹ ਬੜੇ ਈਜ਼ੀਲੀ ਚਲੇ ਜਾਂਦੇ। ਠੀਕ ਹੈ ਜੀ, ਹੁਣ ਇਹ ਚੀਜ਼ਾਂ 'ਚ ਟੈਕਨੀਕਲਿਟੀਜ਼ ਇੱਥੇ ਸਾਡਾ ਰੋਲ ਆਉਂਦਾ ਹੈ। ਬੱਚਾ ਦੇਖੋ ਇੱਕ 12th ਪਾਸ ਆਊਟ ਹੈ, ਉਹ ਰਿਸਰਚ ਨਹੀਂ ਕਰਦਾ, ਉਹਦੇ ਦਿਮਾਗ 'ਚ ਇੱਕੋ ਚੀਜ਼ ਹੁੰਦੀ, ਕੈਨੇਡਾ ਜਾਣਾ ਮੈਂ। ਉਹਨੂੰ ਨਹੀਂ ਪਤਾ ਕਿਹੜਾ ਉਹਦੇ ਲਈ ਰਾਈਟ ਪ੍ਰੋਗਰਾਮ ਹੈ, ਕਿਹੜਾ ਕਾਲਜ ਉਹਦੇ ਲਈ ਅੱਛਾ ਹੈ, ਕਿਹੜੀ ਸਿਟੀ ਦੇ ਵਿੱਚ ਉਹਨੇ ਜਾਣਾ ਹੈ, ਕਿੱਥੇ ਜੌਬ ਓਪਰਚੁਨਿਟੀਜ਼ ਚੰਗੀਆਂ। ਹੁਣ ਇੱਥੇ ਸਾਡਾ ਕੰਸਲਟੈਂਟ ਦਾ ਰੋਲ, ਜਿੱਦਾਂ ਹੁਣ ਐਵਰੀਡੇ ਐਜੂਕੇਸ਼ਨਸ ਵੀ ਬੀਨ ਵਰਕਿੰਗ ਫॉर ਸੋ ਮੈਨੀ ਈਅਰਸ, ਕਿੰਨੇ ਬੱਚਿਆਂ ਦੇ ਸੁਪਨੇ ਅਸੀਂ ਪੂਰੇ ਕੀਤੇ, ਕੈਨੇਡਾ ਪੜ੍ਹਨ ਜਾਣ ਦੇ, ਆਸਟ੍ਰੇਲੀਆ ਪੜ੍ਹਨ ਜਾਣ ਦੇ, US, ਬਾਕੀ ਸਾਰੀ ਕੰਟਰੀ। ਸੋ ਇੱਥੇ ਸਾਡਾ ਰੋਲ ਆਉਂਦਾ ਹੈ ਕਿ ਬੱਚੇ ਨੂੰ ਪ੍ਰੋਪਰਲੀ ਕਾਉਂਸਲ ਕਰਨਾ। ਦੇਖੋ ਜੀ, ਗੱਲ ਹੁੰਦੀ ਹੈ ਉਹਨੂੰ ਇੱਕ ਕਹਿ ਦੇਣਾ ਕਿ ਜੀ ਫਾਈਲ ਪਕੜ ਲਈ ਚਲੇ ਜਾਏਗਾ, ਹੋਰ ਚੀਜ਼ ਹੈ ਇੱਕ ਬੱਚੇ ਨੂੰ ਪ੍ਰੋਪਰਲੀ ਦੱਸਣਾ ਕਿਹੜੇ ਕਾਲਜ ਤੋਂ ਜਾਣਾ ਹੈ, ਕੀ ਫੀਸ ਸਟਰਕਚਰ ਹੋਏਗਾ, ਅੱਗੋਂ ਜੌਬ ਓਪਰਚੁਨਿਟੀਜ਼ ਕੀ ਹੈ, ਅੱਗੋਂ ਤੈਨੂੰ ਕਿੱਦਾਂ PR ਦਾ ਪ੍ਰੋਸੈਸ ਚੱਲੇਗਾ। ਸੋ ਇਹ ਚੀਜ਼ਾਂ ਨੂੰ ਅਗਰ ਥੋਰੋ ਨੌਲੇਜ ਨਹੀਂ ਹੈਗੀ ਨਾ ਕੰਸਲਟੈਂਟ ਨੂੰ, ਤਾਂ ਹੀ ਇਜ਼ ਜਸਟ ਸਿਟਿੰਗ ਕਿ ਜੀ ਹਾਂ ਬੱਚਾ ਆਇਆ, ਮੈਂ ਫਾਈਲ ਫੜੀ, ਦੇਖੋ ਜੀ ਵੀਜ਼ਾ ਲੱਗ ਗਿਆ, ਨਹੀਂ ਲੱਗਾ ਤੇ ਸੌਰੀ। ਸੋ ਅਸੀਂ ਮਾਈ ਟੀਮ ਅਸੀਂ ਪ੍ਰੋਪਰਲੀ ਵਰਕਆਊਟ ਕਰਦੇ ਹਾਂ ਪ੍ਰੋਫਾਈਲ 'ਤੇ, ਕਿੱਦਾਂ ਸਟੂਡੈਂਟ ਨੂੰ ਇੱਕ ਪ੍ਰੋਪਰ ਵੇ ਦੇ ਨਾਲ ਵੀਜ਼ਾ ਲੈ ਕੇ ਦੇਣਾ, ਕਿੱਦਾਂ ਆਫਰ ਲੈਣੀ ਹੈ, ਕਿੱਦਾਂ ਉਹਦੀ ਫੀਸ ਪੇਮੈਂਟ ਹੋਣੀ ਹੈ, ਕਿੱਦਾਂ ਵੀਜ਼ਾ ਐਪਲੀਕੇਸ਼ਨ ਫਾਈਲ ਕਰਨੀ, ਵਾਟ ਆਰ ਦਾ ਡਾਕੂਮੈਂਟਸ ਕਿਹੜੇ ਰਿਕੁਆਇਰਡ ਹੈ ਇੱਕ ਅੱਛੇ ਸਕਸੈਸਫੁਲ ਕੇਸ ਲਈ। ਸੋ ਇਹ ਚੀਜ਼ 'ਤੇ ਸਾਡਾ ਰੋਲ ਹੈਗਾ। ਓਬਵੀਅਸਲੀ ਅਗਰ ਸਹੀ ਗਾਈਡੈਂਸ ਲੈਣੀ ਹੈ ਸਟੂਡੈਂਟ ਨੇ, ਤਾਂ ਹੀ ਹੈਜ਼ ਟੂ ਲੈਂਡ ਇਨ ਦ ਰਾਈਟ ਪਲੇਸ। ਬਸ ਇਹ ਚੀਜ਼ ਹੈ ਜੀ ਕੈਨੇਡਾ ਦੇ ਵਿੱਚ। ਰਿਫਿਊਜ਼ਲ ਦਾ ਕੋਈ ਇੰਨਾ ਹੋਰ ਕੁਛ ਨਹੀਂ ਹੈਗਾ। ਅਗਰ ਤੁਸੀਂ ਸਹੀ ਕੋਰਸ ਨਹੀਂ ਚੂਜ਼ ਕਰੋਗੇ, ਸਹੀ ਕਾਲਜ ਨਹੀਂ ਚੂਜ਼ ਕਰੋਗੇ ਅਕੋਰਡਿੰਗ ਟੂ ਯੋਰ ਪ੍ਰੋਫਾਈਲ, ਤੇ ਓਬਵੀਅਸਲੀ ਰਿਫਿਊਜ਼ਲ ਆਣਾ ਹੀ ਆਣਾ। ਤਾਂ ਇਹ ਤਾਂ ਗੱਲ ਹੋ ਗਈ ਹੈ ਨਾ ਸਟੂਡੈਂਟ ਵੀਜ਼ਾ ਰਿਫਿਊਜ਼ਲਸ ਦੀ। ਪਰ ਦੇਖੀਏ ਕਿ ਅੱਜਕੱਲ ਜਦੋਂ ਬਾਹਰ ਘੁੰਮਣ ਜਾਣ ਦੀ ਵੀ ਗੱਲ ਹੁੰਦੀ ਹੈ ਨਾ, ਲੋਕੀ ਪ੍ਰੈਫਰ ਕਰਦੇ ਨੇ ਸਵਿਟਜ਼ਰਲੈਂਡ ਨਹੀਂ ਜਾਣਾ, ਆਪਾਂ ਕੈਨੇਡਾ ਜਾਣਾ ਘੁੰਮਣ ਦੇ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਕੈਨੇਡਾ ਜਿਹੜਾ ਜ਼ਿਆਦਾ ਆਸਾਨੀ ਦੇ ਨਾਲ ਜਾ ਸਕਦੇ ਹਾਂ। ਇੱਕ ਤਾਂ ਦੂਜੇ ਪਾਸੇ ਇਹ ਵੀ ਉੱਥੇ ਘੁੰਮਣ ਲਈ ਵੀ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਨੇ। ਤਾਂ ਉੱਥੇ ਵਿਜ਼ਿਟਰ ਵੀਜ਼ਾਸ ਦੇ ਲਈ ਵੀ ਕਈ ਜਿਹੜੇ ਨੇ ਕੰਪਨੀਜ਼ ਇਹ ਕਹਿ ਦਿੰਦੀਆਂ ਨੇ ਕਿ ਤੁਹਾਨੂੰ ਝੱਟ ਵੀਜ਼ਾ ਮਿਲ ਜੂਗਾ, ਹੁਣ ਵੀਜ਼ਾ ਮਿਲ ਗਿਆ, ਆ ਮਿੰਟਾਂ ਸਕਿੰਟਾਂ 'ਚ ਮਿਲ ਗਿਆ। ਤਾਂ ਇਹ ਕੀ ਮਤਲਬ ਕਿਵੇਂ ਪ੍ਰੋਸੈਸ ਹੈ ਇਹਦਾ? ਦੇਖੋ ਜੀ, ਅਗਰ ਮਿੰਟਾਂ ਸਕਿੰਟਾਂ 'ਚ ਵੀਜ਼ਾ ਮਿਲਦਾ ਹੁੰਦਾ ਤੇ ਅੱਜ ਸਾਰੇ ਪੰਜਾਬ ਖਾਲੀ ਹੁੰਦਾ, ਤੁਸੀਂ ਮੈਂ ਵੀ ਉੱਥੇ ਹੀ ਬੈਠੇ ਹੁੰਦੇ। ਗੱਲ ਇਟਸ ਨਾਟ ਅਬਾਊਟ ਵੀਜ਼ਾ ਐਪਲੀਕੇਸ਼ਨ ਕਿ ਅਸੀਂ ਫਾਈਲ ਕੀਤਾ ਕਿ ਨਹੀਂ। ਗੱਲ ਹੈਗੀ ਹੈ ਜੀ ਇੱਕ ਪ੍ਰੋਪਰ ਇੱਕ ਅੱਛੀ ਪ੍ਰੋਫਾਈਲ ਨੂੰ ਹੀ ਵੀਜ਼ਾ ਮਿਲਦਾ, ਬਿਕੋਜ਼ ਪੰਜਾਬ ਦੇ ਆਲਮੋਸਟ ਅੱਜ ਦੀ ਡੇਟ ਮੈਂ ਕਹਾਂ 60% ਲੋਕਾਂ ਦਾ ਸੁਪਨਾ ਹੈ ਮੈਂ ਘੁੰਮਣ ਜਾਣਾ ਹੈ ਕੈਨੇਡਾ ਜਾਂ ਮੈਂ ਪੜ੍ਹਨ ਜਾਣਾ ਹੈ। ਹੁਣ ਅਗਰ ਵਿਜ਼ਿਟਰ ਵੀਜ਼ਾ ਦੀ ਗੱਲ ਕਰੀਏ, ਦੇਖੋ ਕੈਨੇਡਾ ਕਰੋਨਾ ਚੋਂ ਨਿਕਲਿਆ, ਓਬਵੀਅਸਲੀ ਹਰ ਕੋਈ ਉਸ ਸਟੇਜ ਚੋਂ ਨਿਕਲਿਆ। ਆਪਾਂ ਇੰਡੀਆ ਵੀ ਦੇ ਵਾਜ਼ ਅ ਵੈਰੀ ਬੈਡ ਸਿਚੁਏਸ਼ਨ। ਹੁਣ ਅੱਜ ਦੀ ਡੇਟ ਦੇ ਆਰ ਮੋਟੀਵੇਟਿੰਗ ਲੋਕਾਂ ਨੂੰ ਕਿ ਹਾਂ ਤੁਸੀਂ ਅਗਰ ਵਿਜ਼ਿਟਰ ਵੀਜ਼ਾ ਫਾਈਲ ਕਰਨਾ ਹੈ ਕਰੋ, ਠੀਕ ਹੈ, ਬਟ ਹਰ ਕਿਸੇ ਨੂੰ ਵੀਜ਼ਾ ਨਹੀਂ ਮਿਲਦਾ। ਦੂਸਰੀ ਗੱਲ ਹੋਈ ਫੀਸ ਵੀਜ਼ਾ ਲੱਗਣ ਤੋਂ ਬਾਅਦ। ਦੇਖੋ ਜੀ, ਬੜੀ ਇੱਕ ਸਿੰਪਲ ਜੀ ਗੱਲ ਹੈ, 11-12 ਹਜ਼ਾਰ ਰੁਪਏ ਇੱਕ ਐਪਲੀਕੇਸ਼ਨ ਫੀਸ ਹੈ ਅਲੋਂਗ ਵਿਦ ਬਾਇਓਮੈਟ੍ਰਿਕ ਫੀਸ ਇੱਕ ਵੀਜ਼ਾ ਐਪਲੀਕੈਂਟ ਦੀ। ਠੀਕ ਹੈ ਜੀ, ਅਗਰ ਤੁਸੀਂ ਉਹ 12,000 ਪਲੱਸ ਜਿਹੜੀ ਵੀ ਪ੍ਰੋਫੈਸ਼ਨਲ ਫੀਸ ਜਿਹੜੀ ਵੀ ਕੰਪਨੀਜ਼ ਅਸੀਂ ਚਾਰਜ ਕਰਦੇ ਹਾਂ ਉਹ ਸਾਡੀ ਅਸੀਂ ਚਾਰਜ ਕਰਨੀ। ਅਗਰ ਤੁਸੀਂ ਉਹੀ ਖਰਚਾ ਤੁਸੀਂ ਅਗਰ 10-11 ਲੱਖ ਰੁਪਇਆ ਉਸ ਚੀਜ਼ ਦਾ ਦੇਣਾ, ਬਿਕੋਜ਼ ਜਿਹੜੇ ਕਹਿੰਦੇ ਫੀਸ ਵੀਜ਼ਾ ਲੱਗਣ ਤੋਂ ਬਾਅਦ ਕਿਆ ਉਹ ਸ਼ਿਓਰਿਟੀ ਦਿੰਦੇ? ਅਗਰ 10 ਲੱਖ ਉਹ ਕਹਿੰਦੇ ਕਿ ਜੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗਾ, ਕਿਆ ਅਗਰ ਨਹੀਂ ਲੱਗਾ ਉਹ 10 ਲੱਖ ਰੁਪਇਆ ਤੁਹਾਨੂੰ ਦਿੰਦੇ ਆ? ਇਹੀ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਇਸ ਚੱਲਦਿਆਂ ਕਿ ਲੋਕ ਉਹ ਕਹਿ ਦਿੰਦੇ ਨੇ ਕਿ ਅੱਛਾ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਜਿਹੜਾ ਪੈਸੇ ਲਵਾਂਗੇ, ਤੇ ਵੀਜ਼ਾ ਲੱਗਦਾ ਉਹਨਾਂ ਦਾ ਕਿ ਨਹੀਂ ਲੱਗਦਾ? ਨਹੀਂ, ਅਗਰ ਵੀਜ਼ਾ ਨਹੀਂ, ਮੈਨੂੰ ਤਾਂ ਇੱਕ ਗੱਲ ਦੱਸੋ, ਚਲੋ 100 ਚੋਂ 5 ਲੱਗ ਗਏ, ਠੀਕ ਹੈ ਜੀ, ਜਿਹੜੇ 95 ਰਿਫਿਊਜ਼ ਹੋਏ ਕਿਆ ਉਹ ਪੈਸੇ ਰਿਫੰਡ ਕਰਦੇ ਆ? ਮੈਂ ਤੁਹਾਨੂੰ ਪੁੱਛਦਾ, ਤੁਸੀਂ ਕਦੀ ਸੁਣਿਆ ਅੱਜ ਤੱਕ ਕਿਸੇ ਨੇ ਕਿਹਾ ਜੀ ਕਿ ਮੈਂ 10 ਲੱਖ ਰੁਪਇਆ ਲਊਂਗਾ ਅਗਰ ਤੁਹਾਡਾ ਵੀਜ਼ਾ ਲੱਗਾ, ਅਗਰ ਨਾ ਲੱਗਾ ਤੇ 10 ਲੱਖ ਤੁਹਾਨੂੰ ਦਊਂਗਾ? ਜਾਂ ਤਾਂ ਫਿਰ ਸ਼ਰਤ ਇਹ ਰੱਖਣ, ਅਗਰ ਦੇ ਆਰ ਸ਼ਿਓਰ ਪੰਜਾਬ 'ਚ ਬੜੀ ਗਲਤ ਫਹਿਮੀ ਹੈ ਕਿ ਜੀ ਸਾਡੀ ਸੈਟਿੰਗ ਹੈ ਐਮਬੈਸੀਆਂ ਦੇ ਵਿੱਚ, ਐਸਾ ਕੋਈ ਥੰਬ ਰੂਲ ਨਹੀਂ ਹੈਗਾ, ਕੁਛ ਨਹੀਂ ਹੈਗਾ ਜੀ, ਇਹ ਸਭ ਡਰਾਮਾ ਹੈ। ਫੀਸ ਆਫਟਰ ਵੀਜ਼ਾ ਇਟ ਇਜ਼ ਮੋਰ ਆਫ ਅ ਗੈਂਬਲ ਸਮਝਦੇ ਹੋ, ਜੂਆ ਖੇਲਿਆ ਜਾਂਦਾ। ਪ੍ਰੋਫਾਈਲਸ ਫੜ ਲਓ,
ਲੱਗ ਗਿਆ ਵੀਜ਼ਾ ਤੇ ਪੈਸੇ ਲੈ ਲਓ, ਨਹੀਂ ਲੱਗਾ ਤੇ ਸੌਰੀ ਕਹਿਣਾ, ਇਸ ਤੋਂ ਜ਼ਿਆਦਾ ਤਾਂ ਨਹੀਂ ਕਹਿਣਾ। ਕਲਾਇੰਟ ਕੀ ਕਹੇਗਾ? ਕਲਾਇੰਟ ਤਾਂ ਇੰਨੇ 'ਚ ਹੀ ਖੁਸ਼ ਹੁੰਦਾ ਮੇਰੇ ਕਿਹੜਾ ਪੈਸੇ ਲੱਗੇ ਸੀਗੇ, ਠੀਕ ਹੈ ਨਾ। ਉਹ ਇਹ ਨਹੀਂ ਸੋਚਦਾ ਕਿ ਅਗਰ ਤੂੰ ਇੱਕ ਵਾਰ ਰਿਫਿਊਜ਼ਲ ਰੈੱਡ ਮਾਰਕ, ਦੇਖੋ ਜੀ ਇੱਕ ਕਿਸੇ ਵੀ ਅੰਬੈਸੀ ਤੋਂ ਰੈੱਡ ਮਾਰਕ ਰਿਫਿਊਜ਼ਲ ਮਤਲਬ ਇੱਕ ਰੈੱਡ ਮਾਰਕ ਹੈ ਤੁਹਾਡੇ ਪ੍ਰੋਫਾਈਲ ਤੇ ਲੱਗ ਗਿਆ, ਤੁਸੀਂ ਕਦੀ ਵੀ ਅੱਗੋਂ ਫਿਊਚਰ 'ਚ ਵੀਜ਼ਾ ਫਾਈਲ ਕਰਨਾ ਉਹ ਰੈੱਡ ਮਾਰਕ ਦਿਖਣਾ ਹੀ ਦਿਖਣਾ, ਉਹਨੂੰ ਤੁਸੀਂ ਛੁਪਾ ਨਹੀਂ ਸਕਦੇ। ਉਹ ਕਲਾਇੰਟ ਇਹ ਨਹੀਂ ਸੋਚਦਾ ਕਿ ਜੀ ਮੇਰਾ ਪੈਸਾ ਨਹੀਂ ਵੇਸਟ ਹੋਇਆ, ਬਟ ਮੇਰਾ ਟਾਈਮ ਜਿਹੜਾ ਵੇਸਟ ਹੋਇਆ ਪਲੱਸ ਜਿਹੜਾ ਮੇਰਾ ਰੈੱਡ ਮਾਰਕ ਲੱਗ ਗਿਆ ਉਹ ਰਿਮੂਵ ਨਹੀਂ ਹੋਣਾ ਸਾਰੀ ਜ਼ਿੰਦਗੀ। ਸੋ ਇਹ ਚੀਜ਼ ਨੂੰ ਲੋਕ ਧਿਆਨ ਨਹੀਂ ਰੱਖਦੇ, ਬਸ ਫੀਸ ਆਫਟਰ ਵੀਜ਼ਾ ਦੇ ਚੱਕਰ 'ਚ ਆਪਣਾ ਮੈਂ ਕਹਿੰਦਾ ਟਾਈਮ ਖਰਾਬ ਕਰਦੇ ਆ। ਤਾਂ ਇੱਥੇ ਛਾਬੜਾ ਜੀ ਮੈਨੂੰ ਇਹ ਦੱਸੋ ਕਿ ਜੇਕਰ ਸਟੂਡੈਂਟਸ ਜਿਹੜੇ ਨੇ ਤੁਹਾਡੀ ਪਰਸਨਲੀ ਕੰਪਨੀ ਦੇ ਵਿੱਚੋਂ ਜਾਂਦੇ ਨੇ, ਠੀਕ ਹੈ, ਤਾਂ ਉਹਨਾਂ ਨੂੰ ਬਾਕੀ ਕੰਪਨੀਆਂ ਦੇ ਵਿੱਚ ਕਿਉਂ ਨਾ ਜਾਣ ਤੇ ਤੁਹਾਡੀ ਕੰਪਨੀ ਵੱਲੋਂ ਹੀ ਕਿਉਂ ਜਾਣ? ਦੇਖੋ ਜੀ ਮੈਂ ਨਹੀਂ ਕਹਿੰਦਾ ਬਾਕੀ ਕੰਪਨੀਆਂ ਗਲਤ ਹੈ, ਮੈਂ ਕਦੀ ਇਹ ਕਿਸੇ ਵੀ ਪਲੇਟਫਾਰਮ ਤੇ ਨਹੀਂ ਕਿਹਾ ਜੀ ਕਿ ਸਟੂਡੈਂਟ ਉਹਦੇ ਕੋਲ ਨਾ ਜਾਏ। ਹਾਂ ਅਸੀਂ ਇਹ ਕਹਿ ਸਕਦੇ ਹਾਂ ਵਾਈ ਵੀ ਆਰ ਬੈਟਰ ਦੈਨ ਦੈਮ, ਠੀਕ ਹੈ। ਅਸੀਂ ਉਹਨਾਂ ਤੋਂ ਬੈਟਰ ਕਿਉਂ ਹੈਗੇ ਹਾਂ? ਬਿਕੋਜ਼ ਪਹਿਲੀ ਚੀਜ਼ ਦੇਖੋ ਕਾਉਂਸਲਿੰਗ ਬਹੁਤ ਇੰਪੋਰਟੈਂਟ ਹੈ। ਮੈਂ ਅੱਜ ਦੀ ਡੇਟ ਅਗਰ ਮੈਂ 20 ਸਾਲ ਪੁਰਾਣੀ ਵੀ ਗੱਲ ਕਰਾਂ, ਜਦੋਂ ਉਸ ਟਾਈਮ ਤੇ ਅਗਰ ਪੰਜਾਬ ਦੇ ਵਿੱਚ ਇੰਨਾ ਪ੍ਰੋਫੈਸ਼ਨਲਿਜ਼ਮ ਨਹੀਂ ਸੀਗਾ, ਅਗਰ ਤੁਸੀਂ ਦਿੱਲੀ ਬੰਬੇ ਜਾਓ ਉਦੋਂ ਵੀ ਕਾਉਂਸਲਿੰਗ ਹੁੰਦੀ ਸੀ। ਪੰਜਾਬ ਦੇ ਵਿੱਚ ਅੱਜ ਦੀ ਡੇਟ ਕੁਝ ਕੰਪਨੀਆਂ ਕਰਦੀਆਂ ਕਾਉਂਸਲਿੰਗ, ਬਿਕੋਜ਼ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਹੈ। ਬੱਚੇ ਨੂੰ ਇਹ ਨਾ ਕਹੋ ਤੂੰ ਕੈਨੇਡਾ ਪਹੁੰਚ ਗਿਆ, ਤੂੰ ਕੀ ਕਰਨ ਜਾਣਾ ਹੈ, ਕਿੰਨੀ ਤੇਰੀ ਫੀਸ ਹੈ, ਕੀ ਤੇਰਾ ਖਰਚਾ ਹੋਣਾ ਹੈ, ਬੱਚੇ ਨੂੰ ਪਤਾ ਹੋਣਾ ਚਾਹੀਦਾ। ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਅੱਗੋਂ ਉਹਨਾਂ ਦੀ ਅਫੋਰਡੇਬਿਲਿਟੀ ਕੀ ਹੈਗੀ ਹੈ। ਬੱਚਾ ਦੇਖੋ ਜੀ ਅੱਜ ਦੀ ਡੇਟ 1 ਸਾਲ ਦੀ ਫੀਸ ਪੇ ਕਰਦਾ, 1 ਸਾਲ ਦੇ GIC, ਬੱਚਾ 1 ਸਾਲ ਲਈ ਤਾਂ ਸੌਰਟਡ ਹੈ। ਹੁਣ ਅਗਲੇ ਸਾਲ ਦੀ ਦੇਖੋ ਪੰਜਾਬ ਦੇ ਮੈਂ ਕਹੂੰਗਾ 30 to 40% ਬੱਚਾ ਜਿਹੜਾ ਨਾ ਉਹ ਇਹ ਦਿਮਾਗ 'ਚ ਲੈ ਕੇ ਚੱਲਦਾ ਹੈ ਕਿ ਜੀ ਮੈਂ ਅਗਲੇ ਸਾਲ ਦੀ ਫੀਸ ਆਪ ਪੇ ਕਰਨੀ ਹੈ। ਬਿਕੋਜ਼ ਫਾਈਨੈਂਸ਼ਲੀ ਹਰ ਕੋਈ ਇੰਨਾ ਸਟਰੋਂਗ ਨਹੀਂ ਹੁੰਦਾ ਜਾਂ ਸੋਲਿਡ ਨਹੀਂ ਹੁੰਦਾ ਕਿ ਜੀ ਅਗਲੇ ਸਾਲ ਦੀ ਫੀਸ ਪੇਰੈਂਟਸ ਨੇ ਪੇ ਕਰਨੀ। ਸੋ ਬੱਚੇ ਨੂੰ ਇਹ ਫੋਕਸ ਰੱਖ ਕੇ ਚੱਲਣਾ ਪੈਂਦਾ ਕਿ ਅਗਰ ਮੈਂ ਮੈਨੇਜ ਕਰਨਾ ਅਗਲੇ ਸਾਲ ਦੀ ਫੀਸ, ਮੈਨੂੰ ਕਿੱਦਾਂ ਪਲਾਨ ਆਊਟ ਕਰਕੇ ਚੱਲਣੀਆਂ ਚੀਜ਼ਾਂ, ਠੀਕ ਹੈ। ਕਿਉਂਕਿ 1 ਸਾਲ ਦੀ ਤਾਂ ਮੈਂ ਸੌਰਟਡ ਹਾਂ, ਮੇਰੀ ਫੀਸ ਵੀ ਪੇ ਕਰਤੀ, ਪੇਰੈਂਟਸ ਨੇ GIC ਦੇ ਦਿੱਤਾ, ਮੈਨੂੰ ਮਿਲ ਜਾਣਾ $10,000 ਵਿਚ ਇਜ਼ ਗੁੱਡ ਇਨਫ ਮਨੀ 1 ਸਾਲ ਦੇ ਸਰਵਾਈਵਲ ਲਈ। ਹੁਣ ਅਗਲੇ ਸਾਲ ਦਾ ਸਰਵਾਈਵਲ ਫੀਸ ਪੇਮੈਂਟ ਕਿੱਦਾਂ ਕਰਨੀ ਹੈ ਉਹ ਬੱਚੇ ਨੂੰ ਪਹਿਲੇ ਹੀ ਪਲਾਨ ਆਊਟ। ਸੋ ਇੱਥੇ ਅਸੀਂ ਕਾਉਂਸਲਿੰਗ ਪ੍ਰੋਪਰਲੀ ਦੇਈਦੀ ਹੈ। ਹੁਣ ਬੱਚੇ ਦਾ ਕੋਰਸ ਸਿਲੈਕਸ਼ਨ ਹੈ, ਦੇਖੋ ਰਿਫਿਊਜ਼ਲਸ ਅੱਜ ਦੀ ਡੇਟ ਇਹ ਗੱਲ ਕਰੀਏ, ਰਿਫਿਊਜ਼ਲਸ ਉਹੀ ਬੱਚੇ ਦੀ ਆਉਂਦੀ ਜਿਹਦੀ ਕੋਰਸ ਸਿਲੈਕਸ਼ਨ ਨਹੀਂ ਠੀਕ, ਜਾਂ ਆਪਣੇ ਕੋਰਸ ਅਗਰ ਤੁਸੀਂ ਆਊਟ ਆਫ ਦ ਵੇ ਜਾ ਕੇ ਲੈ ਰਹੇ ਹੋ, ਲੈਟਸ ਸੇ ਇਟਸ ਨਾਟ ਰੈਲੇਵੈਂਟ ਟੂ ਯੋਰ ਸਟੱਡੀਜ਼, ਉਹਨੂੰ ਤੁਸੀਂ ਪ੍ਰੋਪਰਲੀ ਐਕਸਪਲੇਨ ਕਰ ਪਾ ਰਹੇ ਹੋ ਕਿ ਵਾਈ ਆਈ ਹੈਵ ਚੂਜ਼ਨ ਦਿਸ ਕੋਰਸ। ਬਿਕੋਜ਼ ਤੁਸੀਂ ਅਗਰ ਉਹਨੂੰ ਨਹੀਂ ਐਕਸਪਲੇਨ ਕਰ ਪਾ ਰਹੇ ਕਿ ਜੀ ਮੈਂ ਪਿੱਛੇ ਇਹ ਕੀਤਾ, ਅੱਗੇ ਕੈਨੇਡਾ ਜਾ ਕੇ ਮੈਂ ਇਹ ਕਰਨਾ ਹੈ, ਉਸ ਤੋਂ ਬਾਅਦ ਮੇਰੇ ਫਿਊਚਰ ਪ੍ਰੋਸਪੈਕਟਸ ਕੀ ਗਏ, ਤਾਂ ਯੂ ਵਿਲ ਡੈਫੀਨੇਟਲੀ ਗੈਟ ਰਿਫਿਊਜ਼ਲ। ਸੋ ਹੁਣ ਸਾਡੀ ਟੀਮ ਆਈ ਹੈਵ ਟੀਮ ਆਫ ਪ੍ਰੋਫੈਸ਼ਨਲਸ ਜਿਹੜੇ ਪ੍ਰੋਪਰ ਕਾਉਂਸਲਿੰਗ ਕਰਦੇ ਹੈ, ਠੀਕ ਹੈ। ਦੇ ਟੈਲ ਐਵਰੀ ਸਟੂਡੈਂਟ ਕਿ ਕਿੱਦਾਂ ਉਹਨੇ ਜਾਣਾ ਹੈ, ਕੀ ਕੁਛ ਪ੍ਰੋਸੀਜਰ ਚੱਲੇਗਾ ਫਰੋਮ A to Z। ਦ ਮੋਸਟ ਇੰਪੋਰਟੈਂਟ ਥਿੰਗ ਟਰਾਂਸਪੇਰੈਂਸੀ, ਠੀਕ ਹੈ। ਬੱਚੇ ਨੂੰ ਅੱਜ ਦੀ ਡੇਟ ਪਤਾ ਹੋਣਾ ਚਾਹੀਦਾ ਮੈਂ ਕੀ ਕਰ ਰਿਹਾ, ਕਿੱਦਾਂ ਹੋ ਰਿਹਾ, ਤੇ ਹਰ ਚੀਜ਼ ਟਰਾਂਸਪੇਰੈਂਟ ਹੋਣੀ ਹੈ। ਲੈਟਸ ਸੇ ਸਾਨੂੰ ਕੁਐਰੀਜ਼ ਆਉਂਦੀਆਂ ਸਟੂਡੈਂਟਸ ਦੀਆਂ ਐਟ ਐਵਰੀ ਸਟੇਜ, ਐਟ ਟਾਈਮਸ ਅਸੀਂ ਵੀ ਕਹਿੰਦੇ ਹਾਂ ਕਿ ਸਟੂਡੈਂਟ ਇੰਨੇ ਕੁਐਸਚਨਸ ਪੁੱਛ ਰਿਹਾ, ਬਟ ਉਹਨਾਂ ਦਾ ਰਾਈਟ ਹੈ। ਦੇਖੋ ਇੱਕ ਸਟੂਡੈਂਟ ਦਾ ਕਰੀਅਰ ਦਾ ਸਵਾਲ ਹੈ, 1% ਵੀ ਅਸੀਂ ਗਲਤ ਗਏ ਤਾਂ ਉਹਦਾ ਕਰੀਅਰ ਖਤਮ। ਬਿਕੋਜ਼ ਇੱਕ ਰੈੱਡ ਮਾਰਕ ਵਾਲੀ ਜਿਹੜੀ ਮੈਂ ਪਹਿਲੇ ਗੱਲ ਕਹੀ ਉਹ ਚੰਗੀ ਨਹੀਂ ਹੁੰਦੀ ਕਿਸੇ ਵਿੱਚ। ਰਿਫਿਊਜ਼ਲਸ ਆਉਣ 'ਤੇ ਇੱਕ ਕਿਤੇ ਨਾ ਕਿਤੇ ਪ੍ਰੋਫਾਈਲ ਖਰਾਬ ਹੁੰਦੀ ਹੈ। ਸੋ ਆਪਾਂ ਪਹਿਲਾ ਹੀ ਜਿਹੜਾ ਸਟੈਪ ਹੈ, ਵਾਈ ਨਾਟ ਐਪਰੋਪ੍ਰੀਏਟ ਮੈਨਰ ਦੇ ਨਾਲ ਚੱਲੀਏ ਤਾਂ ਕਿ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਹੀ ਨਾ ਕਰਨਾ ਪਏ। ਸੋ ਸਾਡੀ ਟੀਮ ਜਿਹੜੀ ਹੈ ਵੀ ਡੂ ਕਾਉਂਸਲਿੰਗ ਇਨ ਅ ਪ੍ਰੋਪਰ ਵੇ ਐਂਡ ਵੀ ਮੇਕ ਸ਼ੋਰ ਕਿ ਜਦ ਤੱਕ ਬੱਚਾ ਉੱਥੇ ਪਹੁੰਚਦਾ ਨਹੀਂ, ਹੀ ਸ਼ੁੱਡ ਨਾਟ ਲੈਂਡ ਇਨ ਐਨੀ ਕਾਈਂਡ ਆਫ ਟਰਬਲ। ਉਹਨੂੰ ਪ੍ਰੋਪਰ ਸਰਵਿਸਿਜ਼ ਦਿੱਤੀ ਜਾਣ ਹਰ ਸਟੇਜ 'ਤੇ। ਉਹਨੂੰ ਕਿਤੇ ਵੀ ਹੈਲਪ ਚਾਹੀਦੀ ਅਸੀਂ ਹੈਗੇ ਹਾਂ, ਠੀਕ ਹੈ ਜੀ। ਹੁਣ ਮੈਂ ਬਾਕੀ ਕੰਪਨੀਜ਼ ਨਾਲ ਮੈਂ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ ਜਾਂ ਉਹ ਗਲਤ ਚੱਲਦੀਆਂ। ਸੈਕਿੰਡ ਚੀਜ਼ ਕਿ ਜੀ ਅਸੀਂ ਕਲੀਅਰ ਵੇ ਦੇ ਨਾਲ ਕਹਿੰਦੇ ਹਾਂ ਫੀਸ ਆਫਟਰ ਵੀਜ਼ਾ ਅਸੀਂ ਨਹੀਂ ਕਰਦੇ, ਠੀਕ ਹੈ ਜੀ। ਜੋ ਬੱਚੇ ਦੀ ਫੀਸ ਹੈ ਬੱਚੇ ਨੇ ਆਪਣੇ ਅਕਾਊਂਟ 'ਚੋਂ ਪੇ ਕਰਨੀ ਹੈ, GIC ਹੈ ਬੱਚੇ ਨੇ ਆਪਣੇ ਅਕਾਊਂਟ 'ਚ। ਅਗਰ ਅਸੀਂ ਕਵਾਂਗੇ ਦੈਟ ਵੀ ਵਿਲ ਗੈਟ ਯੂ ਦਾ ਵੀਜ਼ਾ, ਵੀ ਵਿਲ ਗੈਟ ਯੂ ਦਾ ਵੀਜ਼ਾ, ਬਿਕੋਜ਼ ਸਟੂਡੈਂਟ ਦੇ ਪ੍ਰੋਫਾਈਲ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ, ਠੀਕ ਹੈ। ਕਿਤੇ ਨਾ ਕਿਤੇ 1-ਅੱਧਾ% ਹੋ ਜਾਂਦਾ ਹੈ ਗੜਬੜ ਕਿ ਜੇ ਕੁਛ ਨਾ ਕੁਛ ਗੜਬੜ ਹੋ ਗਈ, ਬਟ ਇਫ ਵੀ ਸੇ ਕਿ ਤੁਹਾਡਾ ਵੀਜ਼ਾ ਆਏਗਾ 99% ਵੀ ਵਿਲ ਗੈਟ ਯੂ ਦਾ ਵੀਜ਼ਾ। ਸਟੂਡੈਂਟ ਵੀਜ਼ਾ ਦੀ ਅਗਰ ਗੱਲ ਕਰਾਂ ਅਸੀਂ ਲੈ ਕੇ ਦੇਵਾਂਗੇ ਬੱਚੇ ਨੂੰ। ਅੱਛਾ, ਗੈਪ ਈਅਰ ਕਿੰਨਾ ਕੁ ਹੋ ਸਕਦਾ? ਕਿਉਂਕਿ ਕਈ ਸਟੂਡੈਂਟਸ ਦੀ ਇਹ ਵੀ ਬੜੀਆਂ ਦਿੱਕਤ ਆਉਂਦੀ ਹੈ ਕਿ ਸਾਡਾ ਗੈਪ ਈਅਰ ਜ਼ਿਆਦਾ ਹੈ, ਤੇ ਕਈਆਂ ਵੱਲੋਂ ਰਿਫਿਊਜ਼ਲ ਤਾਂ ਕੈਨੇਡਾ ਤੋਂ ਰਿਫਿਊਜ਼ਲਸ ਆ ਜਾਂਦੀਆਂ ਨੇ ਕਿ ਗੈਪ ਈਅਰ ਜ਼ਿਆਦਾ ਹੈ, ਤਾਂ ਉਹ ਕਿੱਦਾਂ ਕਵਰ ਅਪ ਕਰਨਗੇ? ਗੈਪ ਦਾ ਮੈਂ ਬੜਾ ਇੰਟਰਸਟਿੰਗ ਕੇਸ ਡਿਸਕਸ ਕਰਾਂਗਾ। ਹੁਣੇ ਬੱਚਾ ਗਿਆ ਆਈ ਥਿੰਕ ਅ ਵੀਕ ਅਗੋ, ਸਟੂਡੈਂਟ ਦਾ ਪ੍ਰੋਫਾਈਲ ਡਿਸਕਸ ਕਰਾਂਗਾ। ਹੀ ਵਾਜ਼ ਇਨ ਗੁਜਰਾਤ, ਬੇਸਿਕਲੀ ਪੰਜਾਬ ਦਾ ਸੀਗਾ। ਹਿਜ਼ ਵਾਈਫ ਪਾਸਡ ਅਵੇ ਇਨ ਡਿਊਰਿੰਗ ਕਰੋਨਾ ਟਾਈਮ, ਠੀਕ ਹੈ ਜੀ। ਦੈਨ ਹੀ ਮੇਡ ਅਪ ਹਿਜ਼ ਮਾਈਂਡ ਕਿ ਜੀ ਮੈਂ ਪੜ੍ਹਨ ਜਾਣਾ ਹੈ। 10 ਸਾਲ ਪਹਿਲੇ ਉਹ UK ਤੋਂ ਵਾਪਸ ਆਇਆ ਸੀਗਾ,
ਠੀਕ ਹੈ ਜੀ। ਉਸ ਤੋਂ ਬਾਅਦ ਓਬਵੀਅਸਲੀ ਲਾਈਫ 'ਚ ਸਟਰਗਲ ਕਰ ਰਿਹਾ ਸੀ। ਮੁਕੇਰੀਆ ਹੀ ਵਾਸ ਵਰਕਿੰਗ ਫॉर ਐਨ ਆਈਲ ਸੈਂਟਰ ਐਜ਼ ਅ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ। ਉਸ ਤੋਂ ਬਾਅਦ ਉੱਥੇ ਕਰੋਮਾ ਜੌਬ ਕਰ ਰਿਹਾ ਸੀ ਗੁਜਰਾਤ ਦੇ ਵਿੱਚ। 10 ਈਅਰ ਗੈਪ, ਹੀ ਗॉट ਦ ਵੀਜ਼ਾ। ਠੀਕ ਹੈ, ਹੁਣ ਗੈਪ ਦੇਖੋ, ਪੜ੍ਹਾਈ ਦੀ ਕੋਈ ਉਮਰ ਨਹੀਂ ਹੈ। ਆਈਵ ਸੀਨ ਪੀਪਲ ਗੋਇੰਗ ਆਕਸਫੋਰਡ ਪੜ੍ਹਨ ਜਾਂਦੇ ਸੀ ਪਹਿਲੇ ਜ਼ਮਾਨੇ 'ਚ ਵੀ, ਅੱਜ ਦੇ ਜ਼ਮਾਨੇ 'ਚ ਵੀ ਜਾਂਦੇ। ਅਗਰ ਆਪਾਂ ਗੱਲ ਕਰੀਏ 60 ਦੀ ਏਜ ਵਿੱਚ ਵੀ ਆਕਸਫੋਰਡ ਦੇ ਵਿੱਚ ਐਡਮਿਸ਼ਨ, ਮਤਲਬ ਯੂਨੀਵਰਸਿਟੀ ਆਫ ਆਕਸਫੋਰਡ ਤੁਸੀਂ ਜਾ ਸਕਦੇ ਹੋ ਐਟ ਦ ਏਜ ਆਫ 60। ਪੜ੍ਹਾਈ ਦੀ ਕੋਈ ਉਮਰ ਨਹੀਂ। ਗੈਪ ਦੀ ਗੱਲ ਕਰਾਂ, ਦੇਖੋ ਅਗਰ ਤੁਸੀਂ ਜਸਟੀਫਾਈ ਕਰ ਸਕਦੇ ਹੋ ਇੱਕ ਚੰਗੇ ਤਰੀਕੇ ਦੇ ਨਾਲ, ਹਾਂ ਮਤਲਬ ਫੇਕ ਡਾਕੂਮੈਂਟ ਜੀ, ਮੈਂ ਡਿਪਲੋਮਾ ਬਣਵਾ ਲਿਆ, ਮੈਂ ਇਹ ਕਰ ਲਿਆ, ਗੜਬੜ ਪੰਜਾਬ 'ਚ ਉੱਥੇ ਹੁੰਦੀ ਹੈ। ਮੈਂ ਬੜੇ ਸਟੂਡੈਂਟ ਦੇਖੇ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ, ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਕੰਪਿਊਟਰ ਦਾ ਡਿਪਲੋਮਾ ਬਣਾ ਲਿਆ। ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਗ੍ਰੈਜੂਏਟ ਸਟੂਡੈਂਟ ਇੱਕ ਡਿਪਲੋਮਾ ਕਿਉਂ ਕਰੇਗਾ? ਉਹ ਬਟ ਸਟੂਡੈਂਟ ਨੂੰ ਹੀ ਇਜ਼ ਨਾਟ ਅਵੇਅਰ, ਠੀਕ ਹੈ, ਉਹਨੂੰ ਨਹੀਂ ਪਤਾ ਕਿੱਦਾਂ। ਉਹ ਤਾਂ ਜੋ ਕੰਸਲਟੈਂਟ ਨੇ ਕਹਿ ਦਿੱਤਾ ਇਨ ਆਰਡਰ ਟੂ ਫੈਚ ਮਨੀ, ਹੋਰ ਕੁਝ ਨਹੀਂ ਹੁੰਦਾ ਜੀ। 15-20 ਹਜ਼ਾਰ ਰੁਪਇਆ ਲੈਣ ਦੇ ਚੱਕਰ 'ਚ ਅੱਗੋਂ 5,000 ਲੱਗਾ, 15-20 ਹਜ਼ਾਰ ਆਪਣਾ ਮਾਰਜਨ ਰੱਖ ਕੇ ਕਹਿ ਦਿੱਤਾ ਜੀ ਤੁਹਾਡਾ ਡਿਪਲੋਮਾ ਬਣਾਤਾ, ਗੈਪ ਪੂਰਾ ਹੋ ਗਿਆ। ਬਟ ਗੈਪ ਨੂੰ ਉਹਨੂੰ ਜਸਟੀਫਾਈ ਕਿੱਦਾਂ ਕਰੋਗੇ? ਮੈਂ BBA ਕੀਤੀ ਹੋਈ, ਉਸ ਤੋਂ ਬਾਅਦ ਕੰਪਿਊਟਰ ਡਿਪਲੋਮਾ ਕਿੱਦਾਂ ਕਰ ਸਕਦਾ? ਅੱਗੋਂ ਮੈਂ ਗ੍ਰੈਜੂਏਟ ਪ੍ਰੋਗਰਾਮ ਦੇ ਲਈ ਜਾ ਰਿਹਾ, ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ। ਗ੍ਰੈਜੂਏਸ਼ਨ ਆਲਰੇਡੀ ਕੀਤੀ ਤੇ ਮੈਂ 2 ਸਾਲ ਦਾ 3 ਸਾਲ ਦਾ ਕਹਿੰਦਾ ਜੀ ਡਿਪਲੋਮਾ ਕਰ ਲਿਆ। ਸੋ ਇੱਥੇ ਬੱਚਾ ਖਰਾਬ ਹੁੰਦਾ। ਗੈਪ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਅਗਰ ਤੁਸੀਂ ਜਸਟੀਫਾਈ ਕਰ ਸਕਦੇ ਹੋ ਇੱਕ ਪ੍ਰੋਪਰ ਤਰੀਕੇ ਦੇ ਨਾਲ, ਇੱਕ ਐਪਰੋਪ੍ਰੀਏਟ ਮੈਨਰ ਦੇ ਨਾਲ। ਮੈਂ ਕਹੂੰਗਾ ਗੈਪ ਚਾਹੇ 5 ਸਾਲ ਦਾ ਚਾਹੇ 10 ਸਾਲ ਦਾ, ਦੇਖੋ ਮੈਂ ਸਿੱਧਾ ਕਹਿੰਦਾ ਉਹ ਸਟੂਡੈਂਟ ਜਿਹੜਾ ਮੈਂ ਗੁਜਰਾਤ ਦੀ ਗੱਲ ਕੀਤੀ, ਹੀ ਵਾਸ ਓਨਲੀ 2 ਇਅਰਸ ਯੰਗਰ ਟੂ ਮੀ, ਹੀ ਵਾਸ ਲਾਈਕ 35। ਤੇ ਹੁਣ ਉਹ ਅਗਰ 35 ਦੀ ਏਜ 'ਚ ਇੱਕ ਪੋਸਟ ਗ੍ਰੈਜੂਏਟ ਪ੍ਰੋਗਰਾਮ ਲਈ ਗਿਆ ਤੇ ਗੈਪ ਦੇ ਤੇ ਕੋਈ ਪ੍ਰੋਬਲਮ ਨਹੀਂ ਹੈ। ਆਈਵ ਸੀਨ ਸਟੂਡੈਂਟਸ ਹੂ ਹੈਡ 8-9 ਇਅਰਸ ਆਫ ਗੈਪ, ਟੀਚਿੰਗ ਐਕਸਪੀਰੀਅੰਸ ਸੀਗਾ, ਇੱਕ ਪ੍ਰੋਪਰ ਐਕਸਪੀਰੀਅੰਸ ਸੀਗਾ ਜਿਹੜਾ ਅਸੀਂ ਜਸਟੀਫਾਈ ਕਰ ਪਾਏ। ਸੋ ਦੇ ਗॉट ਦ ਵੀਜ਼ਾ। ਦੇ ਆਰ ਨਾਟ ਕੈਨੇਡਾ। ਦੇਖੋ ਅੱਜ ਦੀ ਡੇਟ ਇਹ ਕਹਿ ਰਿਹਾ, ਸਟੂਡੈਂਟ ਨੂੰ ਮੋਟੀਵੇਟ ਕਰ ਰਿਹਾ ਤੁਸੀਂ ਸਾਡੇ ਕੋਲ ਆਓ, ਬਟ ਇੱਕ ਚੰਗੇ ਸਟੂਡੈਂਟ ਨੂੰ, ਚੰਗਾ ਸਟੂਡੈਂਟ ਜਿਹੜਾ ਸਹੀ ਤਰੀਕੇ ਨਾਲ ਚੱਲਦਾ, ਫੇਅਰ ਚੱਲਦਾ, ਕਿਉਂਕਿ ਉਹਨਾਂ ਨੇ ਵੀ ਆਪਣਾ ਦੇਖੋ, ਉਹਨਾਂ ਨੂੰ ਕੁਆਲਿਟੀ ਸਟੂਡੈਂਟ ਮਿਲ ਚਾਹੀਦਾ ਅੱਜ ਦੀ ਡੇਟ 'ਤੇ। ਉਹਨਾਂ ਨੂੰ ਹਰ ਬੱਚਾ ਨਹੀਂ ਚਾਹੀਦਾ, ਕੁਆਲਿਟੀ ਸਟੂਡੈਂਟ ਚਾਹੀਦਾ। ਤੇ ਵਰਕ ਪਰਮਿਟ ਦੀ ਜੇ ਗੱਲ ਕਰੀਏ, ਕਿਉਂਕਿ ਅੱਜ ਕੱਲ ਬਹੁਤ ਸਾਰੇ ਜਿਹੜੇ ਨੇ ਇੱਦਾਂ ਵੀ ਚਾਹੁੰਦੇ ਨੇ ਕਿ ਸਾਨੂੰ ਡਾਇਰੈਕਟਲੀ ਵਰਕ ਪਰਮਿਟ ਹੀ ਮਿਲ ਜੇ। ਦੇਖੋ ਮੈਡਮ, ਬੜਾ ਸਿੰਪਲ ਜਿਹਾ ਆਨਸਰ ਹੈ ਇਹਦਾ, ਕੋਈ ਪੋਸੀਬਿਲਿਟੀ ਨਹੀਂ ਹੈ। ਜਿਹਨੂੰ ਕਹਿੰਦੇ ਨਾ ਅਸੀਂ ਇੰਪੋਸੀਬਲ। ਸਾਡੇ ਕੋਲ ਬਹੁਤ ਕਾਲਸ ਆਉਂਦੀਆਂ, ਤੁਸੀਂ ਵਰਕ ਪਰਮਿਟ ਕਰਦੇ ਹੋ। ਮਤਲਬ ਮੈਂ ਲੋਕਾਂ ਕੋਲ ਸੁਣਦਾ, ਲੋਕ ਕਹਿੰਦੇ ਜੀ ਨਿਊਜ਼ਪੇਪਰ ਦੇ ਵਿੱਚ ਐਡ ਆਈ ਸੀ ਵਰਕ ਪਰਮਿਟ। ਦੇਖੋ ਜੀ, ਵਰਕ ਪਰਮਿਟ ਇੱਕ ਕੋਈ ਆਸਾਨ ਚੀਜ਼ ਨਹੀਂ ਹੈ। ਕੈਨੇਡਾ ਦੇ ਵਿੱਚ ਕਿਸੇ ਕੰਪਨੀ ਨੂੰ, ਇੰਪਲੋਇਰ ਨੂੰ ਅਗਰ ਇੰਡੀਆ ਤੋਂ ਇੰਪਲੋਈ ਚਾਹੀਦਾ, ਦੇਰ ਇਜ਼ ਅ ਮਤਲਬ ਵੈਰੀ ਲੈਂਥੀ ਪ੍ਰੋਸੀਜਰ ਐਂਡ ਇਟ ਇਜ਼ ਨਾਟ ਈਜ਼ੀ। ਹੁਣ ਜਿਹੜੀ ਇਹ ਫੇਕ ਕਮਿਟਮੈਂਟਸ ਕੀਤੀਆਂ ਜਾਂਦੀਆਂ ਨਾ, ਵਰਕ ਪਰਮਿਟ, ਅਗਰ ਵਰਕ ਪਰਮਿਟ ਤੁਸੀਂ ਦੱਸੋ ਅੱਜ ਦੀ ਡੇਟ ਪੰਜਾਬ 'ਚ ਕਿਸੇ ਕੋ ਵੀ ਕਹਿ ਦੋ ਨਾ 25 ਲੱਖ ਰੁਪਇਆ ਲਵਾਂਗੇ ਅਸੀਂ ਵਰਕ ਪਰਮਿਟ ਦਾ, ਉਹਨੇ 2 ਦਿਨ ਦੇ ਵਿੱਚ ਰੈਡੀ ਕਰ ਲੈਣਾ। 2 ਦਿਨ ਤੋਂ ਜ਼ਿਆਦਾ ਨਹੀਂ ਲੱਗਣਗੇ 25 ਲੱਖ ਇਕੱਠੇ ਕਰਦੇ। ਬਟ ਅਗਰ ਪੋਸੀਬਿਲਿਟੀ ਅਗਰ ਹੁੰਦੀ ਤੇ ਸਟੂਡੈਂਟ 17 ਲੱਖ ਰੁਪਏ ਲਗਾ ਕੇ ਕਿਉਂ ਜਾਂਦਾ? ਦੇਖੋ ਅੱਜ ਦੀ ਡੇਟ ਗੱਲ ਕਰੀਏ, ਇੱਕ ਚੰਗੇ ਕਾਲਜ ਦੀ ਫੀਸ 10 ਤੋਂ 11 ਲੱਖ ਹੈ, ਪਲੱਸ 6 ਲੱਖ GIC ਪਹੁੰਚ ਗਿਆ, 60 ਰੁਪੀਜ਼ ਡਾਲਰ ਕ੍ਰੋਸ ਕਰ ਗਿਆ। 17 ਲੱਖ ਰੁਪਏ ਸਟੂਡੈਂਟ ਕਿਉਂ ਖਰਚ ਕਰੇਗਾ ਅਗਰ ਉਹਨੂੰ ਵਰਕ ਪਰਮਿਟ ਮਿਲਦਾ? ਤੋ ਇਸ ਦੇਜ਼ ਨੋ, ਮੈਂ ਸਿੱਧਾ ਕਹਿਣਾ ਜੀ, ਕਲੀਅਰ ਕਹਿਣਾ, ਇੰਪੋਸੀਬਲ ਦਾ ਨਾਮ ਵਰਕ ਪਰਮਿਟ ਹੈ ਕੈਨੇਡਾ ਦੇ। ਸੋ ਅਗਰ ਤੁਸੀਂ ਕੋਈ ਸੁਣਿਆ ਹੈ, ਹਾਂ ਅਗਰ ਦੁਬਈ ਦੇ ਡਰਾਈਵਰ ਲਾਇਸੈਂਸ ਹੈਗਾ ਤਾਂ ਆਈ ਹੈਵ ਹਰਡ ਕਿ LMIA ਵਗੈਰਾ ਮਿਲ ਜਾਂਦਾ, ਬਟ ਉਸ ਤੋਂ ਇਲਾਵਾ ਬਾਕੀ ਸਾਰੀ ਫੇਕ ਕਮਿਟਮੈਂਟਸ ਹੈ, ਕੁਝ ਨਹੀਂ ਹੁੰਦਾ ਵਰਕ ਪਰਮਿਟ। ਤੇ ਜਿਹੜੀ ਕੰਪਨੀਜ਼ ਉਹ ਦਾਅਵਾ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਵਰਕ ਪਰਮਿਟਸ ਦਵਾ ਦਾਂਗੇ, ਮੈਡਮ ਤੁਸੀਂ ਮੈਨੂੰ ਦੱਸ ਦਿਓ ਕਿਹੜੀ ਕੰਪਨੀਜ਼ ਕਹਿੰਦੀਆਂ ਹੈ। ਆਈ ਵਿਲ ਸੈਂਡ them 20 ਐਟਲੀਸਟ 20 ਐਪਲੀਕੇਸ਼ਨਸ ਟੁਮਾਰੋ ਇਟਸੈਲਫ। ਕੱਲ੍ਹ ਹੀ 20 ਐਪਲੀਕੇਸ਼ਨ ਮੈਂ ਭੇਜ ਦਾਂਗਾ। ਦੇਖੋ ਉਹ ਸਿਰਫ ਕੀ ਹੁੰਦਾ ਹੈ, ਇਟਸ ਮੋਰ ਆਫ ਅ, ਮੈਂ ਕਹੂੰਗਾ, ਮੈਂ ਵਰਡ ਨਹੀਂ ਯੂਜ਼ ਕਰਦਾ ਜਾਂਦਾ, ਇਟਸ ਮੋਰ ਆਫ ਅ ਫਰੋਡਲੈਂਟ ਥਿੰਗ। ਠੀਕ ਹੈ ਜੀ, ਮੈਡੀਕਲ ਕਰਾ ਦਿੰਦੇ ਆ ਬੱਚੇ ਦਾ 50-60 ਹਜ਼ਾਰ। ਤੁਸੀਂ ਬਿਲੀਵ ਨਹੀਂ ਕਰੋਗੇ, ਆਈ ਹੈਵ ਸੀਨ ਮੇਰੇ ਕੋਲ ਕੋਈ ਕੋਲਕਾਤਾ ਤੋਂ ਕਿਸੇ ਦਾ ਆਇਆ ਸੀ ਫੋਨ, ਉਹਨੂੰ ਕਿਸੇ ਨੇ ਚੀਟ ਕੀਤਾ, 50,000 ਰੁਪੀਜ਼ ਚਾਰਜ ਕੀਤੇ ਵਰਕ ਪਰਮਿਟ ਕਿ ਦਿਲਵਾਵਾਂਗੇ ਅਸੀਂ। ਠੀਕ ਹੈ ਜੀ, 50,000 ਲੈ ਕੇ ਉਹਨਾਂ ਨੇ ਪ੍ਰੋਪਰ ਵੈਬਸਾਈਟ ਮੈਨੇਜ ਕੀਤੀ ਹੋਈ ਸੀ ਕੰਪਨੀ ਨੇ, ਉੱਥੇ ਉਹਦਾ ਪਾਸਪੋਰਟ ਨੰਬਰ ਰਿਫਲੈਕਟ ਹੋ ਰਿਹਾ ਸੀ, ਨਾਲ ਕੰਪਨੀ ਨੇਮ ਰਿਫਲੈਕਟ ਹੋ ਰਿਹਾ ਸੀ। ਸੋ ਬਟ ਐਟ ਦ ਐਂਡ ਆਫ ਦ ਡੇ ਕੀ ਹੋਇਆ? 6 ਮਹੀਨੇ ਬਾਅਦ ਕੁਝ ਵੀ ਨਹੀਂ ਹੋਇਆ, ਕੰਪਨੀ ਦੌੜ ਗਈ। ਮੈਂ ਸਾਰਿਆਂ ਨੂੰ ਜੋ ਵੀ ਦੇਖੋ ਇਹ ਦੇਖ ਰਹੇ, ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਲੀਅਰ, ਵਰਕ ਪਰਮਿਟ ਦੇ ਚੱਕਰ 'ਚ ਨਾ ਫਸੋ ਕਦੀ। ਕੋਈ ਪੋਸੀਬਿਲਿਟੀ ਨਹੀਂ ਹੈ। ਅਗਰ ਕੋਈ ਪੋਸੀਬਿਲਿਟੀ ਹੁੰਦੀ ਅੱਜ ਦੀ ਡੇਟ ਸਾਰਾ ਪੰਜਾਬ ਕੈਨੇਡਾ ਬੈਠਾ ਹੁੰਦਾ, ਇਸ ਲਈ ਦੇਰ ਇਜ਼ ਨੋ ਪੋਸੀਬਿਲਿਟੀ ਦ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਸਟੂਡੈਂਟ ਵੀਜ਼ਾ ਛੇਤੀ ਮਿਲਦਾ। ਸਟੂਡੈਂਟ ਵੀਜ਼ਾ ਦੇਖੋ ਸਭ ਤੋਂ ਆਸਾਨ ਤਰੀਕਾ ਅੱਜ ਦੀ ਡੇਟ ਸਟੂਡੈਂਟ ਨੂੰ 12th ਕਰੋ, IELTS ਕਰੋ, 6 not less than 6 ਲਓ, ਯੂ ਆਰ ਥਰੂ। ਕੈਨੇਡਾ ਕੁਛ ਨਹੀਂ ਪੁੱਛਦਾ ਤੁਹਾਡੇ ਪੇਰੈਂਟਸ ਦੀ ਇਨਕਮ ਕਿੰਨੀ ਹੈ, ਤੁਹਾਡੇ ਪੇਰੈਂਟਸ ਕੀ ਕਰਦੇ ਆ, ਸਿਰਫ ਇਹ ਪੁੱਛਿਆ ਜਾਂਦਾ, ਨੋ ਪ੍ਰੂਫ ਰਿਕੁਆਇਰਡ।
ਠੀਕ ਹੈ ਜੀ। ਸਟੂਡੈਂਟ ਨੇ 1 ਸਾਲ ਦੀ ਫੀਸ ਪੇ ਕਰਨੀ, 1 ਸਾਲ ਦਾ GIC, ਤੁਹਾਡੇ ਐਕੈਡੈਮਿਕਸ ਚੰਗੇ ਆ, ਆਈਟਸ 6 ਨਾਟ ਲੈਸ ਦੈਨ 6 ਬੈਂਡਸ ਹੈ, ਤੁਸੀਂ ਪਹੁੰਚ ਗਏ ਕੈਨੇਡਾ। ਠੀਕ ਹੈ, ਤੁਸੀਂ ਕੁਛ ਨਹੀਂ ਕਰਨਾ ਉਸ ਤੋਂ ਇਲਾਵਾ, ਨਾ ਕੋਈ ਪੇਰੈਂਟਸ ਦੇ ਇਨਕਮ ਪ੍ਰੂਫ ਦੀ ਜ਼ਰੂਰਤ ਹੈ। ਅਸੀਂ SDS ਕੈਟੇਗਰੀ 'ਚ ਫਾਲ ਕਰਦੇ ਹਾਂ, ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਹਾਂ, ਬਸ ਜਿਹੜਾ ਕੋਰਸ ਲਿਆ, ਇੱਕ SOP ਬਹੁਤ ਇੰਪੋਰਟੈਂਟ ਚੀਜ਼ ਹੈ, ਸਟੇਟਮੈਂਟ ਆਫ ਪਰਪਸ, ਬਿਕੋਜ਼ ਉੱਥੇ ਤੁਸੀਂ ਸਮਝਾਉਣਾ ਹੈ ਹਾਈ ਕਮਿਸ਼ਨ ਨੂੰ, ਐਮਬੈਸੀ ਨੂੰ ਕਿ ਜੀ ਮੈਂ ਕੈਨੇਡਾ ਕਿਉਂ ਜਾ ਰਿਹਾ, ਇਹ ਕੋਰਸ ਕਿਉਂ ਲਿਆ, ਅੱਗੇ ਫਿਊਚਰ ਪ੍ਰੋਸਪੈਕਟਸ ਕੀ ਹੈਗੇ ਆ ਕੋਰਸ ਦੇ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। SOP ਦਾ ਮੈਂ ਸਟੂਡੈਂਟ ਨੂੰ ਕਹੂੰਗਾ ਧਿਆਨ ਨਾਲ ਚੱਲੇ, ਅਗਰ ਕੋਸ਼ਿਸ਼ ਕਰਿਆ ਕਰੇ, ਬਿਕੋਜ਼ ਅਸੀਂ ਬਹੁਤ ਰਿਫਿਊਜ਼ਲਸ ਐਸੇ ਦੇਖੇ, ਸਟੂਡੈਂਟ SOP ਆਪ ਨਹੀਂ ਲਿਖਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ SOP 'ਚ ਕੀ ਲਿਖਿਆ ਹੁੰਦਾ, ਕੱਟ ਕਾਪੀ ਪੇਸਟ। ਦੇਖੋ ਕੰਸਲਟੈਂਟਸ, ਲੈਟਸ ਸੇ ਵੀ ਗॉट ਸੋ ਮੈਨੀ ਕੇਸਿਸ, ਕੰਸਲਟੈਂਟਸ ਦੇ ਜ਼ਿਆਦਾਤਰ ਕੀ ਹੁੰਦਾ, ਸਟਾਫ ਕੱਟ ਕਾਪੀ ਪੇਸਟ ਚੱਲਦਾ। ਠੀਕ ਹੈ ਜੀ, ਉਹਦੇ 'ਚ ਤਾਂ ਕਦੀ ਕਦੀ ਐਸੀ ਵੀ ਗਲਤੀ ਹੋ ਜਾਂਦੀ ਹੈ ਕਿ ਕਾਲਜ ਦਾ ਨਾਮ ਜਿਹੜਾ ਪਿਛਲਾ ਸੀਗਾ ਨਾ, ਲੈਟਸ ਸੇ ਕੋਈ ਸਟੂਡੈਂਟ ਨਾਇਗਰਾ ਕਾਲਜ ਗਿਆ ਸੀ ਅਤੇ ਅੱਗੋਂ SOP ਬਣ ਰਿਹਾ ਹੰਬਰ ਕਾਲਜ ਦਾ, ਉਹ ਨਾਇਗਰਾ ਹੀ ਰਹਿ ਜਾਂਦਾ ਉਹਦੇ 'ਚ। ਅਤੇ ਹੁਣ ਉਹ ਜਿਹੜੀ ਚੀਜ਼ ਉਹਨਾਂ ਔਨ ਰਿਕਾਰਡ ਚਲੀ ਗਈ ਕੈਨੇਡਾ ਐਮਬੈਸੀ, ਉਹ ਕਦੀ ਚੇਂਜ ਨਹੀਂ ਹੋਣੀ। ਸੋ ਬੱਚਿਆਂ ਨੂੰ SOP ਧਿਆਨ ਨਾਲ, ਮੈਂ ਤਾਂ ਕਹੂੰਗਾ ਆਪ ਫੋਕਸ ਕਰਕੇ ਲਿਖਣਾ ਚਾਹੀਦਾ, ਚਾਹੇ ਉਹ ਲੈਵਲ ਦਾ ਨਾ ਲਿਖੋ ਜਿਹੜਾ ਰਿਕੁਆਇਰਮੈਂਟ, ਬਟ ਘੱਟੋ ਘੱਟ ਤੁਹਾਡੇ ਇੰਟੈਂਸ਼ਨ ਉਹਦੇ 'ਚ ਰਿਫਲੈਕਟ ਹੋਏਗੀ ਕਿ ਤੁਸੀਂ ਆਪ ਲਿਖਿਆ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਹਰ ਸਟੂਡੈਂਟ ਦੀ। ਆਖਿਰ ਦੇ ਵਿੱਚ ਤੁਸੀਂ ਕੀ ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੇ ਬਾਹਰ ਦਾ ਰੁਖ ਕਰਨਾ ਹੈ, ਜਿਹੜੇ ਵੀ ਨੌਜਵਾਨ ਜਿਹੜੇ ਨੇ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕੀ ਅਪੀਲ ਕਰਨਾ ਚਾਹੋਗੇ? ਦੇਖੋ ਜੀ, ਮੈਂ ਤਾਂ ਹਰ ਸਟੂਡੈਂਟ ਨੂੰ ਇੱਕੋ ਚੀਜ਼ ਕਹਿਣਾ, ਫਰੋਮ ਡੇ 1 ਜੋ ਹੈ ਜੈਨੂਅਨ ਤਰੀਕੇ ਨਾਲ ਚੱਲੋ। ਅਗਰ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਆਪਣਾ ਪੂਰਾ ਕਰਨਾ ਹੈ, ਇੱਕ ਫੇਅਰ ਐਡਵਾਈਸ ਲੈ ਕੇ ਚੱਲੋ। ਚਾਹੇ ਮੇਰੀ ਟੀਮ ਕੋ ਆਉਣਾ ਹੈ, ਯੂ ਕੈਨ ਵਿਜ਼ਿਟ our office. We've got office in Jalandhar at Gada Road. We've got one office in Himachal as well at Kangra. So you ਜੋ ਵੀ ਤੁਹਾਡੀ ਕੁਐਰੀਜ਼ ਹੈ, you can give us a call। ਅਗਰ ਤੁਹਾਨੂੰ ਕੋਈ ਕਿਸੇ ਸਟੈਪ 'ਤੇ ਵੀ, ਚਾਹੇ ਤੁਸੀਂ ਸਾਡੇ ਕੋਲ ਅਪਲਾਈ ਕੀਤਾ ਨਹੀਂ ਕੀਤਾ, ਅਗਰ ਤੁਹਾਨੂੰ ਕਿਸੇ ਵੀ ਸਟੈਪ 'ਤੇ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਆਉਂਦੀ ਹੈ, you can contact us, you can contact my team। ਅਗਰ ਮੈਨੂੰ ਮਿਲਣਾ ਹੈ, you can take in a prior appointment, ਪਹਿਲੇ ਅਪੋਇੰਟਮੈਂਟ ਲੈ ਲੈਣਾ। ਸੋ ਵਾਟ ਐਵਰ ਵੀ ਕੈਨ ਡੂ ਫॉर ਯੂ, ਜੋ ਵੀ ਤੁਹਾਡੇ ਲਈ ਬੈਸਟ ਹੋਏਗਾ, ਵੀ ਵਿਲ ਗਾਈਡ ਯੂ, ਅਤੇ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਅਸੀਂ ਪੂਰਾ ਕਰਾਂਗੇ ਇੱਕ ਸਮੂਥ ਅਤੇ ਫੇਅਰ ਤਰੀਕੇ ਨਾਲ। ਅਚਲ ਛਾਬੜਾ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਇਸੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹੀ ਖਾਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਾਹਰ ਕੈਨੇਡਾ ਦੇ ਵਿੱਚ ਜਾ ਸਕਦੇ ਹੋ ਅਤੇ ਕਿਹੜੀ ਚੀਜ਼ਾਂ ਦਾ ਧਿਆਨ ਜਿਹੜਾ ਤੁਸੀਂ ਰੱਖ ਸਕਦੇ ਹੋ। ਤਾਂ ਬਾਕੀ ਅਪਡੇਟਸ ਦੇ ਲਈ ਵੇਖਦੇ ਰਹੋ ਡੇਲੀ ਪੋਸਟ ਪੰਜਾਬੀ। ਹੁਣ ਮੈਨੂੰ ਯਾਨੀ ਕਿ ਸ਼ਿਖਾ ਸੰਧੀ ਨੂੰ ਦੇ ਦਿਓ ਇਜਾਜ਼ਤ। ਧੰਨਵਾਦ।